ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਪੌੜੀ। ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾ ਤਿਨੀ ਖਸਮ ਧਿਆਇਆ। ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾ ਤਿਨੀ ਖਸਮ ਧਿਆਇਆ। ਇਨ੍ਹਾਂ ਜਨਤਾਂ ਕੈ ਵਸ ਕਿਛ ਨਾਹੀ, ਤੁਧ ਵੇਖੀ ਜਗਤ ਉਪਾਇਆ। ਇਕ ਨਾ ਨੌ ਤੂੰ ਮੇਲ ਲਹੈਂ, ਇਕ ਆਪਹੁ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ, ਜਿਥੈ ਤੁਧ ਆਪ ਬੁਝਾਇਆ। ਸਹਿਜੇ ਹੀ ਸਚ ਸਮਾਇਆ। ਗੁਰ ਕਿਰਪਾ ਤੇ ਜਾਣਿਆ, ਜਿਥੈ ਤੁਧ ਆਪ ਬੁਝਾਇਆ। ਸਹਿਜੇ ਹੀ ਸਚ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਸ਼ਬਦ ਵਿਚਾਰ ਅਨੁਸਾਰ ਆਪ ਜੀ ਨੇ 11ਵੀਂ ਪੌੜੀ ਨਾਲ ਦਰਜ ਅੰਮ੍ਰਿਤ ਜੋ 3 ਸ਼ਲੋਕ ਨੇ, ਇਹਨਾਂ ਦਾ ਪਾਠ ਔਰ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਇਸ 11ਵੀਂ ਪੌੜੀ ਦਾ ਪਾਠ ਜੋ ਆਪ ਜੀ ਨੇ ਸਰਵਣ ਕੀਤਾ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੇ ਸ਼ਲੋਕਾਂ ਵਿੱਚ ਜੋ ਜ਼ਿਕਰ ਕਰਦੇ ਆਏ ਨੇ, ਉਸ ਵਕਤ ਦੀ ਅੰਧਕਾਰ ਦਾ, ਉਸ ਵਕਤ ਦੇ ਔਗਣਾਂ ਨਾਲ ਭਰੇ ਹੋਏ ਆਗੂਆਂ ਦਾ, ਰਾਜ ਪ੍ਰਬੰਧ ਦਾ, ਜਾਂ ਉਸ ਵਕਤ ਦੇ ਜਿਹੜੇ ਕੁਛ ਲੋਕ ਧਰਮ ਨਾਲ ਸੰਬੰਧਿਤ ਨੇ ਉਹਨਾਂ ਦਾ, ਸਭ ਦਾ ਜ਼ਿਕਰ ਕੀਤਾ ਵੀ ਕਿਵੇਂ ਪ੍ਰਪੰਚ ਪਖੰਡ ਦੰਭ ਕਰ ਰਹੇ ਨੇ। ਪਰ ਸੱਚ ਇਹ ਇਸ ਪੌੜੀ ਵਿੱਚ ਸਾਡੀ ਸੁਰਤ ਨੂੰ ਚੁੱਕ ਕੇ ਲੈ ਗਏ ਤੇ ਪਰਮਾਤਮਾ ਦੇ ਸ਼ੁਕਰ ਵੀ ਜੋੜ ਕੇ ਕਹਿੰਦੇ ਨੇ ਕਿ ਮਾਲਕ, ਇਸ ਸੰਸਾਰ ਵਿੱਚ ਜੇ ਕੋਈ ਚੰਗਾ ਜੇ ਕੋਈ ਮੰਦਾ ਹੈ, ਇਹ ਸੱਚ ਇਹ ਤੇਰਾ ਆਪਣੀ ਖੇਡ ਹੈ। ਇਕਨਾਂ ਨੂੰ ਤੂੰ ਆਪਣੇ ਨਾਲ ਮੇਲ ਲੈਣਾ ਤੇ ਇੱਕ ਬੰਦੇ ਉਹ ਨੇ ਜਿਹੜੇ ਸਾਰੀ ਜ਼ਿੰਦਗੀ ਖੁਆਰ ਹੀ ਹੁੰਦੇ ਰਹਿੰਦੇ ਨੇ। ਪਰ ਇਸ ਵਿੱਚ ਸਭ ਤੋਂ ਵੱਡੀ ਗੱਲ ਕੀਤੀ ਪ੍ਰਭੂ ਦੀ ਬਖਸ਼ਿਸ਼। ਦੂਸਰਾ ਵਚਨ ਕੀਤਾ ਗੁਰ ਕਿਰਪਾ ਤੇ ਜਾਣਿਆ। ਇਹਦਾ ਮਤਲਬ ਧੁਰ ਕਰਮ ਤੇ ਗੁਰ ਕਿਰਪਾ। ਇਸ ਪੌੜੀ ਵਿੱਚ ਬੜੀ ਵੱਡੀ ਸਤਿਗੁਰੂ ਨੇ ਬਖਸ਼ਿਸ਼ ਭਰੇ ਬੋਲ ਕਹੇ। ਪਹਿਲਾਂ ਦਾਸ ਅਰਜ਼ ਕਰਨਾ ਚਾਹੇਗਾ, ਸ਼ਲੋਕਾਂ ਵਿੱਚ ਆਪਾਂ ਵਿਚਾਰਿਆ ਹੈ। ਪਹਿਲੇ ਸ਼ਲੋਕ ਵਿੱਚ ਦਾਤਾਰ ਨੇ ਕਿਹਾ
ਕਿ ਸੱਚ ਦਾ ਕਾਲ ਪੈ ਗਿਆ ਹੈ, ਕੂੜ ਦਾ ਵਰਤਾਰਾ ਹੋ ਰਿਹਾ ਹੈ। ਇਸ ਕੂੜ ਵਿੱਚ ਜਿਹੜੇ ਜੀਵ ਨੇ ਉਹ ਦਾਗੀ ਨੇ ਤੇ ਬੇਤਾਲੇ ਨੇ, ਭੂਤਨਿਆਂ ਦੀ ਤਰ੍ਹਾਂ ਤਾਲ ਤੋਂ ਖੁੰਝ ਚੁੱਕੇ ਨੇ। ਨਾਲ ਸ਼ਬਦ ਵਰਤਿਆ ਕਿ ਅਸਲ 'ਚ ਬੀਜ ਬੀਜਣ ਵਾਲੇ ਚਲੇ ਗਏ, ਹੁਣ ਤਾਂ ਸਿਰਫ ਦੁਬਦਾ ਦੀ ਦੁਫਾੜ ਦਾਲ ਰਹਿ ਗਈ ਹੈ। ਦਾਲ ਤਾਂ ਕਦੀ ਉਗਦੀ ਨਹੀਂ ਹੁੰਦੀ। ਸਾਹਿਬ ਦੇ ਬੋਲ ਸੱਚ ਕਾਲ ਕੂੜ ਵਰਤਿਆ, ਭਾਵੇਂ ਇਹ ਸਲੋਕਾਂ ਦੀ ਵਿਚਾਰ ਆਪਾਂ ਸਰਵਣ ਕਰ ਚੁੱਕੇ ਹਾਂ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਬਿਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਖੋਂ ਰੁੱਤ ਹੋਏ। ਦਾਲ ਨਹੀਂ ਜੰਮੇਗੀ, ਇੱਕ ਹੀ ਜੰਮੇਗਾ। ਇਹ ਅਸੀਂ ਪਹਿਲੇ ਸ਼ਲੋਕ 'ਚ ਪੜ੍ਹਿਆ। ਪਰ ਅੱਗੇ ਉਹ ਸੱਚ ਕਾਲ ਕੀ ਹੈ, ਕੂੜ ਦਾ ਵਰਤਾਰਾ ਕੀ ਹੈ, ਦਾਲ ਕੀ ਹੈ, ਉਹਦੀ ਵਿਆਖਿਆ ਫਿਰ ਹਜ਼ੂਰ ਨੇ ਅਗਲੇ ਸ਼ਲੋਕ 'ਚ ਕੀਤੀ। ਦੇਖੋ ਕਿਹੋ ਜੀ ਇੱਥੇ ਉਦਾਹਰਨ ਦਿੱਤੀ ਕਿ ਲੱਭ ਪਾਪ ਦੋਇ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ, ਕਾਮ ਨੇਬ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ ਗਿਆਨ ਵਿਖੋਣੀ, ਭਾਏ ਭਰੇ ਮੁਰਦਾਰ। ਗਿਆਨੀ ਨੱਚੇ ਵਾਜੇ ਵਾਵਹਿ, ਰੂਪ ਕਰੈ ਸ਼ਿੰਗਾਰ। ਉੱਚਾ ਕੂਕੈ ਵਾਦਾ ਗਾਵਹਿ, ਜੋਧਾ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁਜਤ, ਸੰਜੈ ਕਰੈ ਪਿਆਰ। ਧਰਮੀ ਧਰਮ ਕਰੈ ਗਾਵਾਵਹਿ, ਮੰਗੈ ਮੋਖ ਦੁਆਰ। ਜਤੀ ਸਦਾਵਹਿ, ਜੁਗਤ ਨ ਜਾਣੈ, ਛੱਡ ਬਹਿ ਘਰ ਬਾਰ। ਸਭ ਕੋ ਪੂਰਾ ਆਪੇ ਹੋਵੇ। ਦੇਖੋ ਮਹਾਰਾਜ ਨੇ ਸਭ ਦਾ ਜ਼ਿਕਰ ਕੀਤਾ। ਲਾਲਚ ਤੇ ਪਾਪ ਰਾਜਾ ਤੇ ਮਹਿਤਾ ਨੇ, ਝੂਠ ਸਰਦਾਰ ਬਣ ਗਿਆ। ਕਾਮ ਨੂੰ ਸਲਾਹਕਾਰ ਬਣਾ ਕੇ ਉਹਦੇ ਤੋਂ ਪੁੱਛਿਆ ਜਾ ਰਿਹਾ ਹੈ। ਤੇ ਸੱਚ ਐਵੇਂ ਰਈਅਤ ਪਰਜਾ ਗਿਆਨ ਤੋਂ ਵਿਹੂਣੀ ਅੰਨੀ ਹੈ। ਗਿਆਨੀ ਨਾਚ ਕਰ ਰਹੇ ਨੇ, ਵਾਜੇ ਵਜਾਉਂਦੇ ਨੇ, ਉੱਚਾ ਉੱਚਾ ਕੂਕ ਕੇ ਢਾਡੀ ਯੋਧਿਆਂ ਦੀਆਂ ਵਿਚਾਰਾਂ ਕਰਦੇ ਨੇ। ਮੂਰਖ ਪੰਡਿਤ ਖੁਜਤਾਂ ਕਰਦੇ ਨੇ ਸਿਰਫ ਧਨ ਇਕੱਠਾ ਕਰਨ ਦੇ ਲਈ। ਮਹਾਰਾਜ ਕਹਿੰਦੇ ਜਿਹੜੇ ਆਪਣੇ ਆਪ ਨੂੰ ਧਰਮੀ ਕਹਾਉਂਦੇ ਨੇ, ਉਹ ਸਿਰਫ ਮੁਕਤੀ ਮੋਖ ਦੁਆਰੇ ਨੂੰ ਮੁੱਖ ਰੱਖ ਕੇ ਚੱਲੇ ਨੇ, ਪ੍ਰਭੂ ਦੇ ਦੀਦਾਰ ਲਈ ਨਹੀਂ। ਜਿਹੜੇ ਆਪਣੇ ਆਪ ਨੂੰ ਜਤੀ ਕਹਿੰਦੇ ਨੇ, ਉਹਨਾਂ ਨੂੰ ਜ਼ਿੰਦਗੀ ਜੀਣ ਦੀ ਜੁਗਤ ਕੋਈ ਨਹੀਂ ਆਈ। ਘਰ-ਬਾਰ ਛੱਡ ਕੇ ਬਾਹਰ ਤੁਰੇ ਫਿਰਦੇ ਨੇ। ਤੇ ਜੇਕਰ ਇਹਨਾਂ ਨੂੰ ਪੁੱਛ ਕੇ ਦੇਖੋ ਕਿ ਤੁਹਾਡੇ ਵਿੱਚੋਂ ਤੁਹਾਡਾ ਜੀਵਨ, ਹਰ ਬੰਦਾ ਆਪਣੀ ਕੌਮੇ ਨੂੰ ਪਾਲ ਕੇ ਗਿਆਨੀ ਹੋਵੇ, ਢਾਡੀ ਹੋਵੇ, ਕੀਰਤਨੀਆ ਹੋਵੇ, ਧਰਮੀ ਹੋਵੇ, ਦਾਨੀ ਹੋਵੇ, ਜਤੀ ਹੋਵੇ, ਸੱਚ ਇਹ ਹਰ ਬੰਦਾ ਆਪਣੇ ਕੌਮੇ ਦੀ ਵਲਗਣ ਵਿੱਚ ਜਿੰਦਾ ਹੋਇਆ ਇਹ ਦਾਵਾ ਕਰਦਾ, ਮੇਰੇ ਤੋਂ ਬਿਨਾਂ ਤਾਂ ਲੋਕਾਂ ਨੂੰ ਪਤਾ ਹੀ ਕੁਛ ਨਹੀਂ। ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੈ। ਕੋਈ ਆਪਣੇ ਆਪ ਨੂੰ ਘਾਟ ਕਹਾਉਣ ਲਈ ਤਿਆਰ ਨਹੀਂ। ਤੇ ਮਹਾਰਾਜ ਕਹਿੰਦੇ ਪਤਾ ਤਾਂ ਉਸ ਦਿਨ ਲੱਗੇਗਾ ਕਿ ਪਤ ਪਰਵਾਣਾ ਪਿੱਛੇ ਪਾਈਐ, ਤਾਂ ਨਾਨਕ ਤੋਲਿਆ ਜਾਪੈ। ਜਦੋਂ ਇੱਜ਼ਤ ਦਾ ਵੱਟਾ ਪਿਆ, ਫਿਰ ਪਤਾ ਲੱਗੇਗਾ ਕਿ ਇਨਸਾਨ ਚੰਗਾ ਕਿਹੜਾ ਤੇ ਮੰਦਾ ਕਿਹੜਾ। ਮੈਂ ਉਸ ਦਿਨ ਅਰਜ਼ ਵੀ ਕੀਤੀ ਸੀ, ਮਹਾਰਾਜ ਜੀ ਨੇ ਤਾਂ ਬੋਲ ਕਹੇ ਨੇ, ਕੱਚ ਪਕਾਈ ਉੱਥੈ ਪਾਏ, ਨਾਨਕ ਗਿਆ ਜਾਪੈ ਜਾਏ। ਇਸ ਪੌੜੀ ਨਾਲ ਜਿਹੜਾ ਤੀਜਾ ਸ਼ਲੋਕ ਹੈ, ਉਹਦੇ ਵਿੱਚ ਅਸੀਂ ਪੜ੍ਹਿਆ ਸੀ, ਜੋ ਪਰਮਾਤਮਾ ਨੇ ਠਾਣ ਲਈ ਉਹ ਹੋਏਗੀ। ਲੋਕ ਸਾਰੇ ਯਤਨ ਕਰਦੇ ਆ, ਕਰਮ ਸਾਰੇ ਕਰਦੇ ਨੇ, ਛਾਲਾਂ ਸਾਰੇ ਮਾਰਦੇ ਆ, ਪਰ ਹਰ ਛਾਲ ਮਾਰਨ ਵਾਲੇ ਨੂੰ ਮੰਜ਼ਿਲ ਨਹੀਂ ਮਿਲਦੀ। ਵਦੀ ਸੋ ਵੱਜਗ ਨਾਨਕਾ, ਸੱਚਾ ਵੇਖੈ ਸੋਏ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਜੋ ਕਰਤਾਰ ਨੂੰ ਭਾਉਂਦਾ ਹੋਵੇਗਾ ਉਹ ਕੁਝ। ਤੇ ਇਹਦੇ ਵਿੱਚ ਇੱਕ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਹਿੰਦੇ ਇਸ ਸੰਸਾਰ ਵਿੱਚ ਜਿਉਂਦਿਆਂ ਬੰਦਾ ਆਪਣੀ ਜ਼ਾਤ ਦੀ ਕੌਮ ਵਿੱਚ ਜਿੰਦਾ। ਜਿਹੜਾ ਅਸੀਂ ਸ਼ਲੋਕ ਵਿਚਾਰ ਆਏ ਹਾਂ, ਆਪਣੇ ਬਲ ਦੇ ਸਹਾਰੇ ਜਿੰਦਾ ਹੈ। ਪਰ ਜਿਸ ਵਕਤ ਇਨਸਾਨ ਇਸ ਸੰਸਾਰ ਤੋਂ ਤੂੰ ਕੂਚ ਕਰਨਾ ਹੈ, ਤੇਰੀ ਜ਼ਾਤ ਨੇ ਨਹੀਂ ਅੱਗੇ ਚੱਲਣਾ, ਤੇਰੇ ਸਰੀਰ ਦੇ ਜ਼ੋਰ ਨੇ ਨਹੀਂ ਅੱਗੇ ਚੱਲਣਾ, ਕਿਉਂਕਿ ਉੱਥੇ ਜਿਨ੍ਹਾਂ ਨਾਲ ਤੇਰਾ ਵਾਹ ਪੈਣਾ ਉਹ ਤਾਂ ਨਵੇਂ ਨੇ, ਉਹਨਾਂ ਨੂੰ ਕੀ ਪਤਾ ਤੇਰੀ ਜਾਤ ਕੀ। ਅੱਗੇ ਜ਼ਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਤੇ ਮਹਾਰਾਜ ਕਹਿੰਦੇ ਨੇ ਕਿ ਜਿਨ ਕੀ ਲੇਖ ਹੈ ਪਤ ਪਵੇ ਚੰਗੇ ਸਹੀ ਕੇ, ਜਿਨ੍ਹਾਂ ਦੀ ਪਤ ਲੇਖੇ ਵਿੱਚ ਪੈ ਗਈ। ਇਹ ਅਸੀਂ ਸ਼ਲੋਕ ਵਿਚਾਰ ਕੇ ਆਏ ਹਾਂ। ਅੱਜ ਅਸਲ 'ਚ ਜਿਹੜੀ ਪੌੜੀ ਹੈ, ਥੋੜ੍ਹੀ ਜਿਹੀ ਮੈਂ ਤਾਂ ਪਿਛੋਕੜ ਵਿਚਾਰ ਦੇ ਦਿੱਤੀ
ਕਿ ਅਸੀਂ 3 ਸ਼ਲੋਕ ਇਸ ਪੌੜੀ ਨਾਲ ਦਰਜ ਵਿਚਾਰੇ ਨੇ। ਹਜ਼ੂਰ ਨੇ ਇਸ ਪੌੜੀ ਵਿੱਚ ਬਖਸ਼ਿਸ਼ ਕਰਦਿਆਂ ਕਿਹਾ ਕਿ ਖੇ ਪਾਰ ਬ੍ਰਹਮ ਪਰਮੇਸ਼ਵਰ ਜੀ, ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ। ਇਹਦੇ ਅਰਥ ਥੋੜ੍ਹੇ ਜਿਹੇ ਕਰ ਲਾਂਗੇ ਕਿਉਂਕਿ ਸਮਝ ਸੌਖੀ ਪੈ ਜਾਏਗੀ। ਇਹ 2 ਪਹਿਲੀ ਤੁਕ ਤੇ ਅਖੀਰਲੀਆਂ ਤੁਕਾਂ ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ ਬੁਝਾਇਆ। ਇੱਥੇ ਬੇਨਤੀ ਹੈ, ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿੰਨੀ ਖਸਮ ਤੇ ਆਇਆ। ਧੁਰ ਕਰਮ ਦਾ ਅਰਥ ਹੈ ਧੁਰ ਦਰਗਾਹ ਤੋਂ, ਸ਼ੁਰੂ ਤੋਂ। ਕਰਮ ਦਾ ਅਰਥ ਇੱਥੇ ਬਖਸ਼ਿਸ਼ ਕਰੀਏ, ਉਹਦੀ ਨਦਰ ਕਰੀਏ। ਹੇ ਪ੍ਰਭੂ, ਜਿਨ੍ਹਾਂ ਨੂੰ ਤੂੰ ਆਪਣੇ ਘਰੋਂ ਧੁਰ ਦਰਗਾਹ ਤੋਂ ਬਖਸ਼ਿਸ਼ ਰਹਿਮਤ ਲਿਖ ਦਿੱਤੀ, ਹੇ ਮੇਰੇ ਪਾਰ ਬ੍ਰਹਮ ਪਰਮੇਸ਼ਵਰ, ਉਹਨਾਂ ਨੇ ਹੀ ਆਪ ਜੀ ਨੂੰ ਧਿਆਇਆ ਹੈ, ਉਹਨਾਂ ਨੇ ਹੀ ਆਪ ਜੀ ਨੂੰ ਜਪਿਆ ਹੈ। ਜਿਵੇਂ ਬਚਨ ਨੇ, ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿੰਨੀ ਖਸਮ ਧਿਆਇਆ। ਉਹਨਾਂ ਨੇ ਖਸਮ ਪਰਮਾਤਮਾ ਨੂੰ ਜਪਿਆ ਜਿਨ੍ਹਾਂ ਨੇ ਤੁਸੀਂ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਹੁਣ ਨਾਲ ਇਹ ਵੀ ਕਿਹਾ ਕਿ ਜੀਵ ਤਾਂ ਤੇਰੇ ਪੈਦਾ ਕੀਤੇ ਨੇ, ਇੱਕ ਵਿਚਾਰੇ ਬੰਦਗੀ 'ਚ ਦਿਨ ਰਾਤ ਰਹਿੰਦੇ ਨੇ, ਦੂਜੇ ਵਾਸ਼ਨਾ ਵਿੱਚ ਦਿਨ ਰਾਤ ਲੁਭਤ ਰਹਿੰਦੇ ਨੇ। ਮੈਂ ਪਹਿਲੀ ਬੇਨਤੀ ਕਰਨੀ ਚਾਹੁੰਦਾ ਕਿ ਕਿਰਪਾ, ਦੇਖੋ ਇਹ ਬੜੀ ਵਾਰੀ ਸਬਜੈਕਟ ਪਿੱਛੇ ਵੀ ਆ ਚੁੱਕਾ ਹੈ ਕਿ ਅਸਲ 'ਚ ਜਿਹੜੀ ਉਹਦੀ ਕਿਰਪਾ ਹੈ, ਇਹ ਕਿਰਪਾ ਕਰਮਾਂ ਨਾਲ ਨਹੀਂ ਮਿਲਦੀ। ਫਿਰ ਬੇਨਤੀ ਸੁਣਿਓ, ਕਿਰਪਾ ਤਾਂ ਨਰੋਲ ਉਹਦੀ ਬਖਸ਼ਿਸ਼ ਹੈ। ਦਾਸ ਨੇ ਇੱਕ ਵਾਰ ਅਰਜ਼ ਵੀ ਕੀਤੀ ਸੀ ਕਿ ਕੁਛ ਲੋਕ ਐਸੇ ਨੇ ਜਿਹੜੇ ਸਾਰੀ ਜ਼ਿੰਦਗੀ ਸਾਧਨਾ ਕਰਦੇ ਰਹਿੰਦੇ ਨੇ, ਉਹ ਫਿਰ ਰੁੱਖੇ ਖਾਲੀ ਦੇ ਖਾਲੀ ਰਹਿ ਜਾਂਦੇ ਨੇ। ਕੁਝ ਐਸੇ ਨੇ ਜਿਨ੍ਹਾਂ ਨੇ ਕਦੀ ਧਰਮ ਬਾਰੇ ਸੋਚਿਆ ਵੀ ਨਹੀਂ ਹੁੰਦਾ, ਪਰਮਾਤਮਾ ਉਹਨਾਂ ਸੁੱਤਿਆਂ ਹੋਇਆਂ ਨੂੰ ਜਗਾ ਕੇ ਵੀ ਦਾਤ ਦੇ ਦਿੰਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਦੇ ਬੋਲ ਨੇ ਕਿ ਉਹਦੀ ਕਿਰਪਾ ਬੜੀ ਵੱਡੀ ਚੀਜ਼ ਹੈ। ਜਪਦੇ ਵੀ ਉਹ ਨੇ ਜਿਨ੍ਹਾਂ ਤੇ ਧੁਰ ਤੋਂ ਕਿਰਪਾ ਹੋਈ। ਹੁਣ ਇਹ ਸ਼ਬਦ ਨੂੰ ਕਈ ਸੱਜਣ ਆਲਸ ਨਾਲ ਜੋੜ ਕੇ ਉਦਮ ਕਰਨ ਤੋਂ ਇਨਕਾਰੀ ਹੋ ਜਾਂਦੇ ਨੇ। ਸਤਿਗੁਰੂ ਦੇ ਜਿਵੇਂ ਬੋਲ ਨੇ ਕਿ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲਹਿਣ ਇੱਕ ਸੁੱਤਿਆਂ ਦੇ ਉਠਾਲ। ਇੱਕ ਜਾਗਦੇ ਖਾਲੀ ਰਹਿ ਗਏ, ਪਰ ਜਿਨ੍ਹਾਂ ਉੱਤੇ ਕਿਰਪਾ ਕੀਤੀ, ਧੁਰ ਕਰਮ ਪਾਇਆ, ਸੱਚ ਇਹ ਉਹਨਾਂ ਨੂੰ ਜਗਾ ਕੇ ਆਪਣੀ ਭਗਤੀ ਚਲਾ ਦਿੰਦਾ ਹੈ। ਸਭ ਤੋਂ ਪਹਿਲੀ ਗੱਲ ਕਿ ਗੁਰੂ ਘਰ ਵਿੱਚ ਨਦਰੇ ਕਰਮ, ਧੁਰ ਤੋਂ ਬਖਸ਼ਿਸ਼, ਇਹਦੀ ਬੜੀ ਵੱਡੀ ਖੇਡ ਹੈ। ਆਪਣੀਆਂ ਚਲਾਈਆਂ ਚਲਾਕੀਆਂ ਕੋਈ ਕੰਮ ਨਹੀਂ ਕਰਦੀਆਂ। ਜਿਵੇਂ ਅਸੀਂ ਜਪਜੀ ਸਾਹਿਬ 'ਚੋਂ ਕੁਝ ਬੋਲ ਲੈ ਲੈਂਦੇ, ਉਹਦੇ ਵਿੱਚ ਬੜਾ ਸਪਸ਼ਟ ਹੋਵੇਗਾ ਕਿ ਸਭ ਕੁਝ ਕਰਨ ਕਰਾਉਣ ਵਾਲਾ ਪਾਰ ਬ੍ਰਹਮ ਪਰਮੇਸ਼ਵਰ ਆਪ। ਦਾਸ ਕਈ ਵਾਰੀ ਅਰਜ਼ ਕਰਦਾ ਹੈ ਕਿ ਹਜ਼ੂਰ ਦੀ ਇਹ ਪਵਿੱਤਰ ਪੌੜੀ ਜਿਸ ਵਿੱਚ ਅਸੀਂ ਪੜ੍ਹਦੇ ਹਾਂ, ਵੱਡਾ ਸਾਹਿਬ ਉੱਚਾ ਥਾਂ, ਸਾਹਿਬ ਪਰਮਾਤਮਾ ਸਭ ਤੋਂ ਵੱਡਾ ਹੈ, ਉਹਦਾ ਟਿਕਾਣਾ ਵੀ ਸਭ ਤੋਂ ਉੱਚਾ ਹੈ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ। ਉਸ ਉੱਚੇ ਦਾ ਨਾਮ ਆਪਣੇ ਤੋਂ ਬਹੁਤ ਉੱਚਾ ਹੈ, ਕਿਉਂਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਨਾਮ ਤੁਲ ਕੁਛ ਵੀ ਨਹੀਂ, ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ। ਨਾਮ ਸਭ ਤੋਂ ਵੱਡਾ, ਸਭ ਤੋਂ ਉੱਚਾ। ਪਰ ਮਹਾਰਾਜ ਕਹਿੰਦੇ ਨੇ ਇਹ ਨਾਮ ਉਹਦੀ ਬਖਸ਼ਿਸ਼ ਹੈ, ਉਹਦੀ ਰਹਿਮਤ ਹੈ, ਉਹਦੀ ਦਾਤ ਹੈ। ਇਸ ਨਾਮ ਉੱਚੇ ਨਾਲ ਉਹੀ ਜੁੜਦਾ ਹੈ ਜਿਨ੍ਹਾਂ ਦੇ ਧੁਰ ਦੇ ਮਸਤਕ ਪਰਮਾਤਮਾ ਨੇ ਲਿਖੇ ਹੋਏ, ਬਖਸ਼ਿਸ਼ ਪਾਈ। ਜਿਵੇਂ ਅਸੀਂ ਇਹ ਪਾਠ ਕਰਨੇ ਆ ਕਿ ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ। ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇਵੜ ਆਪ ਜਾਣੈ ਆਪ ਆਪ। ਤੇ ਅੱਗੇ ਮਹਾਰਾਜ ਕਹਿੰਦੇ, ਨਾਨਕ ਨਦਰੀ ਕਰਮੀ ਦਾਤ, ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿੰਨੀ ਖਸਮ ਧਿਆਇਆ। ਇਸ ਤੁਕ ਨੂੰ ਫਿਰ ਧਿਆਨ ਦਿਓ। ਮਹਾਰਾਜ ਕਹਿੰਦੇ ਨੇ ਕਿ ਦੇਖੋ, ਉਹ ਤਾਂ ਨਾਮ ਉਹਦਾ ਜੇਵੜ ਆਪ ਤੇਵੜ ਤੇਰੀ ਦਾਤ ਵੀ ਸ਼ਬਦ ਵਰਤਿਆ, ਪਰ ਇੱਥੇ ਬਚਨ ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ। ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। 3 ਲਫ਼ਜ਼ ਨੇ, ਨਦਰੀ, ਕਰਮੀ ਤੇ ਦਾਤ। ਇਹ ਹੀ ਚੀਜ਼ ਹੈ। ਨਾਮ ਉਹਨੂੰ ਮਿਲਦਾ ਹੈ ਉਹਦੇ ਤੇ ਜਿਹਦੇ ਤੇ ਉਹਦੀ ਧੁਰ ਤੋਂ ਬਖਸ਼ਿਸ਼ ਹੈ। ਜਿਵੇਂ ਅਸੀਂ ਬਾਣੀ 'ਚ ਪਾਠ ਕਰਦੇ ਹਾਂ, ਗੁਰਦੇਵ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ। ਚਲੋ ਅਸੀਂ ਜਪਜੀ ਸਾਹਿਬ ਵਿੱਚੋਂ ਹੀ, ਕਈ ਵਾਰੀ ਦਾਸ ਕਹਿੰਦਾ ਕਿ 88ਵੀਂ ਪੌੜੀ ਜਪਜੀ ਸਾਹਿਬ ਦੀ, ਸੱਚ ਇਹ ਵੇ
ਕਿ ਜਿਹੜੀ ਸਚਿਆਰਤਾ ਦਾ ਜ਼ਿਕਰ ਮਹਾਰਾਜ ਜੀ ਨੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਜਪਜੀ ਸਾਹਿਬ ਦੀ ਪਹਿਲੀ ਤੁਕ ਵਿੱਚ ਕੀਤਾ ਹੈ। ਉਸ ਸਚਿਆਰਤਾ ਦੀ ਵਿਆਖਿਆ, ਉਸ ਸਚਿਆਰ ਗੁਣਾਂ ਦੀ ਇਉਂ ਕਹਿ ਲਾਂ ਕਿ ਉਹਦਾ ਵਿਆਖਿਆ ਜਿਹੜੀ ਹੈ ਉਹ ਸਤਿਗੁਰੂ ਨੇ 38ਵੀਂ ਪੌੜੀ 'ਚ ਦਿੱਤੀ ਹੈ। ਤੇ ਯਾਦ ਰੱਖਿਓ, ਮੈਂ ਸਿਰਫ ਇਸ ਤੁਕ ਤੇ ਅਰਜ਼ ਕਰ ਰਿਹਾ। ਹਜ਼ੂਰ ਕਹਿੰਦੇ ਨੇ ਪਰਮਾਤਮਾ ਚੰਗੇ ਮੰਦੇ ਸਾਰੇ ਤੂੰ ਉਪਾਏ ਨੇ, ਤੇ ਅਸਲ 'ਚ ਸੱਚ ਇਹ ਵੇ ਤੇਰੀ ਇਬਾਦਤ ਬੰਦਗੀ ਉਹੀ ਕਰਦਾ ਹੈ ਜਿਹਦੇ ਧੁਰ ਦੇ ਮਸਤਕ ਲੇਖ ਤੁਸੀਂ ਲਿਖੇ ਹੋਏ, ਜਿਸ ਉੱਪਰ ਤੇਰੀ ਕਿਰਪਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ 'ਚ ਅਸੀਂ ਜਦੋਂ ਜਪਜੀ ਸਾਹਿਬ ਦੀ 38ਵੀਂ ਪੌੜੀ ਪੜ੍ਹਨੇ, ਚਲੋ ਜ਼ਿਆਦਾ ਡਿਟੇਲ 'ਚ ਨਹੀਂ, ਪਰ ਮੈਂ ਅਰਜ਼ ਕਰਨੀ ਚਾਹੁੰਦਾ ਕਿ ਬਖਸ਼ਿਸ਼ ਤੋਂ ਬਿਨਾਂ, ਰਹਿਮਤ ਤੋਂ ਬਿਨਾਂ, ਉਹਦੀ ਕਿਰਪਾ ਤੋਂ ਬਿਨਾਂ ਸੱਚ ਇਹ ਵੇ ਨਾ ਜੀਵਨ ਘੜਿਆ ਜਾਂਦਾ ਹੈ, ਨਾ ਨਾਮ ਜਪਿਆ ਜਾਂਦਾ ਹੈ, ਨਾ ਅੰਮ੍ਰਿਤ ਵੇਲੇ ਉੱਠਿਆ ਜਾਂਦਾ ਹੈ। ਉਦਮ ਕਰੇ ਪਰ ਸਿੱਖ ਉਦਮ ਨੂੰ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਜੋੜ ਲਵੇ। ਸਿਮਰਨ ਕਰੇ, ਸਿਮਰਨ ਨੂੰ ਉਹਦੀ ਰਹਿਮਤ ਨਾਲ ਜੋੜ ਲਵੇ। ਜੀਵਨ ਕਮਾਵੇ, ਜੀਵਨ ਨੂੰ ਉਹਦੇ ਫਜ਼ਲ ਨਾਲ, ਉਹਦੀ ਬਖਸ਼ਿਸ਼ ਨਾਲ ਜੋੜ ਲਵੇ। ਦੇਖੋ ਅਸੀਂ ਜਪਜੀ ਸਾਹਿਬ ਦੀ 38ਵੀਂ ਪੌੜੀ, ਕਿਉਂਕਿ ਮੈਂ ਇਸ ਕਰਕੇ ਥੋੜ੍ਹਾ ਜਿਹਾ ਇਸ 'ਤੇ ਰੋਕ ਕੇ ਵਿਚਾਰ ਕਰ ਰਿਹਾ, ਕਿਉਂਕਿ ਆਪਣੇ ਕਰਮ ਦੀ ਖੌਮੇ ਮਤ ਕਰੀਏ, ਇਹ ਉਹਦੀ ਕਿਰਪਾ ਹੋਵੇ, ਤੁਰ ਕਰਮ ਹੋਵੇ ਤਾਂ ਉਹ ਹੀ ਖਸਮ ਨੂੰ ਧਿਆਉਂਦੇ ਨੇ। 38ਵੀਂ ਪੌੜੀ ਹੈ, ਉਸ ਵਿੱਚ ਗੁਰਦੇਵ ਨੇ ਸ਼ਬਦ ਘੜਨ ਦਾ ਜ਼ਿਕਰ ਕੀਤਾ। ਗੁਰਮੁਖ ਵਿਦਵਾਨਾਂ ਨੇ ਸ਼ਬਦ ਦਾ ਅਰਥ ਜੀਵਨ ਵੀ ਕੀਤਾ ਹੈ। ਜ਼ਿੰਦਗੀ ਘੜਨ ਵਾਸਤੇ ਗੁਰੂ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਹੈ ਕਿ ਸੋਨੇ ਦਾ ਗਹਿਣਾ ਘੜਨ ਦਾ ਸੁਨਾਰ ਵੀਰ ਕਿਵੇਂ ਗਹਿਣੇ ਘੜਦਾ ਹੈ, ਉਹਦੀ ਤਿਆਰੀ ਕਿਵੇਂ ਕਰਦਾ ਹੈ, ਉਹਦਾ ਜ਼ਿਕਰ ਮਹਾਰਾਜ ਜੀ ਨੇ ਉਸ 38ਵੀਂ ਪੌੜੀ 'ਚ ਕੀਤਾ। ਤੇ ਚੀਜ਼ਾਂ ਮਹਾਰਾਜ ਜੀ ਨੇ ਉਹ ਗਿਣੀਆਂ, ਉਹ ਔਜ਼ਾਰ, ਉਹ ਵਸਤੂਆਂ ਜਿਹੜੀਆਂ ਸੁਨਾਰ ਆਪਣੇ ਦੁਕਾਨ ਤੇ ਸੋਨਾ ਘੜਨ ਲੱਗਿਆ ਚੀਜ਼ਾਂ ਦੀ ਵਰਤੋਂ ਕਰਦਾ ਹੈ। ਮੰਨ ਲਓ ਉਹ 7 ਗੁਣ ਨੇ, ਪਰ ਬੇਨਤੀ ਮੈਂ ਉਹਦੀ ਵਿਆਖਿਆ ਨਹੀਂ ਕਰਨੀ, ਸਿਰਫ ਮੈਂ ਇੱਕ ਅਰਜ਼ ਸੰਖੇਪ ਜੀ ਕਰਨੀ ਚਾਹੁੰਦਾ। ਪਿਆਰਿਓ, ਸਚਿਆਰਤਾ ਬੰਦਗੀ ਉਹਦੀ ਖੈਰ, ਉਹਦੀ ਬਖਸ਼ਿਸ਼ ਹੈ। ਇਹ ਜਿਹਦੇ ਤੇ ਧੁਰ ਕਰਮ ਹੋਵੇ ਉਹ ਹੀ ਉਹਨੂੰ ਜਪਦਾ ਹੈ। ਹਜ਼ੂਰ ਦੇ ਅੰਮ੍ਰਿਤ ਬੋਲ ਨੇ ਕਿ ਜਤ ਪਹਾਰਾ, ਧੀਰਜ ਸੁਨਿਆਰ, ਐਰਨ ਮਤ, ਵੇਦ ਹਥਿਆਰ, ਭਉ ਖਲਾ, ਅਗਮ ਤਪ ਤਾਓ, ਭਾਂਡਾ ਭਾਓ, ਅੰਮ੍ਰਿਤ ਤਿਤ ਢਾਲ। ਫਿਰ ਇਸ ਧਿਆਨ ਨਾਲ ਸੁਣੋ, ਅੰਮ੍ਰਿਤ ਤਿਤ ਢਾਲ ਸਭ ਕਹਿੰਦੇ ਘੜੀਐ ਸ਼ਬਦ ਸੱਚੀ ਟਕਸਾਲ। ਜਤ ਪਾਹਾਰਾ, ਪਾਹਾਰਾ ਦਾ ਅਰਥ ਹੈ ਉਹ ਅੱਡਾ, ਦੁਕਾਨ, ਜਿੱਥੇ ਬੈਠ ਕੇ ਸੁਨਾਰ ਵੀਰ ਸੋਨਾ ਘੜਦਾ, ਉਹਦੀ ਦੁਕਾਨ ਕਹਿ ਲਈਏ। ਸਤਿਗੁਰੂ ਕਹਿੰਦੇ ਨੇ ਇਹ ਗੁਣ ਨੇ ਸਾਰੇ, ਕਿ ਜਤ ਦਾ ਅਰਥ ਸੈਲਫ ਕੰਟਰੋਲ, ਜਤ ਦਾ ਅਰਥ ਕਰੈਕਟਰ ਉੱਚਾ ਹੋਣਾ, ਜਤ ਦਾ ਅਰਥ ਹੈ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਲੈਣਾ, ਪਰ ਹੱਠ ਕਰਕੇ ਨਹੀਂ, ਉਹਦੀ ਕਿਰਪਾ ਦੇ ਨਾਲ। ਸਾਹਿਬ ਦੇ ਬੋਲ ਨੇ ਪਹਿਲੀ ਗੱਲ ਕਿ ਜਤ ਦਾ ਪਹਾਰਾ ਹੋਵੇ, ਤੇ ਉਹਦੇ ਵਿੱਚ ਬੈਠਾ ਹੋਇਆ ਜਿਹੜਾ ਸੁਨਾਰ ਵੀਰ ਹੈ, ਉਹ ਸਤਿਗੁਰੂ ਨੇ ਗੁਣ ਲਿਆ ਧੀਰਜ। ਧੀਰਜ ਵਾਲਾ ਹੀ ਜੀਵਨ ਘੜ ਸਕਦਾ ਹੈ, ਕਾਲਾ ਪੈਣ ਵਾਲਾ ਨਹੀਂ। ਜਤ ਪਹਾਰਾ, ਧੀਰਜ ਸੁਨਿਆਰ, ਐਰਨ ਮਤ, ਉਹਦੇ ਕੋਲ ਅਡੋਲ ਮਤ। ਐਰਨ ਉਹ ਲੋਹੇ ਦਾ ਟੁਕੜਾ ਜਿਸ ਉੱਪਰ ਸੋਨੇ ਨੂੰ ਰੱਖ ਕੇ ਘੜਿਆ ਜਾਂਦਾ। ਹਥੌੜੇ ਦੀਆਂ ਕਿੰਨੀਆਂ ਸੱਟਾਂ ਪੈਂਦੀਆਂ ਨੇ ਐਰਨ ਤੇ, ਪਰ ਐਰਨ ਸੱਟਾਂ ਸਹਾਰ ਕੇ ਕਦੀ ਵੀ ਸੁਨਾਰ ਦੇ ਘਰ ਨੂੰ, ਉਹਦੀ ਦੁਕਾਨ ਨੂੰ ਛੱਡਦਾ ਨਹੀਂ। ਮਹਾਰਾਜ ਕਹਿੰਦੇ ਤੇਰੀ ਮੱਤ ਅਡੋਲ ਐਰਨ ਹੋ ਜਾਏ। ਕਿਉਂਕਿ ਮੈਨੂੰ ਯਾਦ ਹੈ PTC ਤੇ ਇਹ ਕਾਫੀ ਵਾਰੀ ਕਥਾ ਚੱਲੀ ਹੈ ਜਤ ਪਹਾਰਾ ਵਾਲੀ ਪੌੜੀ ਦੀ, ਪਰ ਮੈਂ ਅੱਜ ਥੋੜ੍ਹਾ ਜਿਹਾ ਦੁਹਰਾਉਣਾ ਚਾਹੁੰਦਾ ਵਾਂ ਕਿ ਮੱਤ ਅਡੋਲ ਹੈ ਐਰਨ ਦੀ ਤਰ੍ਹਾਂ। ਵੇਦ ਹਥਿਆਰ, ਚੌਥਾ ਗੁਣ ਹੈ ਗਿਆਨ ਦਾ, ਸ਼ਬਦ ਦਾ ਹਥੌੜਾ। ਵੇਦ ਦਾ ਆਖਰੀ ਅਰਥ ਵੈਸੇ ਗਿਆਨ ਹੀ ਹੁੰਦਾ ਹੈ। ਜਤ ਪਹਾਰਾ, ਧੀਰਜ ਸੁਨਿਆਰ, ਐਰਨ ਮਤ, ਵੇਦ ਹਥਿਆਰ, 4 ਗੁਣ ਹੋ ਗਏ। ਭਉ ਖੱਲਾ, ਉਹ ਧੋਖਣੀ ਜਿਹਦੇ ਨਾਲ ਅੱਗ ਤੇਜ਼ ਕਰਦੇ ਨੇ ਰੱਬ ਦੇ ਭੈ ਦੀ, ਡਰ ਦੀ। ਭਉ ਖੱਲਾ, ਅਗਨ ਤਪ ਤਾਓ, ਤਪੱਸਿਆ ਦੀ, ਸੇਵਾ ਦੀ, ਸਿਮਰਨ ਦੀ ਅੱਗ ਬਾਲ। 6 ਗੁਣ ਹੋ ਗਏ। ਜਤ, ਧੀਰਜ, ਅਡੋਲ ਮਤ, ਗਿਆਨ ਦਾ ਹਥੌੜਾ, ਭੈ ਦੀ ਖਲਾ ਧੋਖਣੀ, ਤਪੱਸਿਆ ਦੀ ਅੱਗ, ਤੇ ਮਹਾਰਾਜ ਕਹਿੰਦੇ ਨੇ ਭਉ ਖਲਾ ਅਗਨ ਤਪ ਤਾਓ, ਭਾਂਡਾ ਭਾਓ, ਪ੍ਰੇਮ ਦਾ ਭਾਂਡਾ।
ਉਸ ਵਿੱਚ ਢਲੇਗਾ ਕਿ ਜਿਹਦੇ ਕੋਲ ਇਹ 7 ਗੁਣ ਨੇ ਉਹਦੇ ਤਾਂ ਜੀਵਨ ਘੜਿਆ ਜਾਣਾ। ਭਾਂਡਾ ਪਾਓ ਅੰਮ੍ਰਿਤ ਤਿਤ ਢਾਲ, ਤੇ ਅੱਗੇ ਮਹਾਰਾਜ ਕਹਿੰਦੇ ਨੇ ਘੜੀਆ ਸ਼ਬਦ ਸੱਚੀ ਟਕਸਾਲ। ਸ਼ਬਦ ਦਾ ਅਰਥ ਹੈ ਜੀਵਨ। ਉਸ ਬੰਦੇ ਦਾ ਜੀਵਨ ਘੜਿਆ ਜਾਂਦਾ ਹੈ ਜਿਸ ਕੋਲ ਆ ਗੁਣ ਨੇ। ਘੜੀਆ ਸ਼ਬਦ ਸੱਚੀ ਟਕਸਾਲ, ਸਤ ਸੰਗਤ ਟਕਸਾਲ ਵਿੱਚ। ਹੁਣ ਅਗਲੀ ਬੇਨਤੀ ਹੈ ਕਿ ਇਹ ਜਿਹੜੇ 7 ਗੁਣ ਨੇ ਜਾਂ ਸ਼ਬਦ ਦਾ ਘੜਿਆ ਜਾਣਾ ਹੈ, ਜੀਵਨ ਦਾ ਘੜਿਆ ਜਾਣਾ ਹੈ, ਇਹ ਆਪਣਾ ਉਦਮ ਹੈ, ਆਪਣੀ ਮਿਹਨਤ ਹੈ, ਜਾਂ ਉਸ ਦੀ ਧੁਰ ਕਰਮ ਹੈ, ਜਾਂ ਉਸ ਦੀ ਬਖਸ਼ਿਸ਼ ਹੈ। ਹਾਂ, ਸਤਿਗੁਰੂ ਨੇ ਕਿਹਾ ਕਿ ਘੜੀਆ ਸ਼ਬਦ ਸੱਚੀ ਟਕਸਾਲ। ਅੱਗੇ ਮਹਾਰਾਜ ਕਹਿੰਦੇ ਜਿਨ ਕੋ ਨਦਰ ਕਰਮ, ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿੰਨੀ ਖਸਮ ਧਿਆਇਆ। ਜੀਵਨ ਘੜਨ ਨਾਲ ਵੀ ਉਹਦੀ ਕਰਮ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਖਾਲ। ਉਹਦੀ ਨਦਰ ਕੀ ਨਿਹਾਲਤਾ ਦਿੰਦੀ। ਹੋਰ ਆਓ ਥੋੜਾ ਜਿਹਾ ਬਾਣੀ ਚੋਂ ਦੇਖੀ। ਧੁਰ ਕਰਮ ਜਿਹੜਾ ਹੈ ਇਹ ਬੜੀ ਵੱਡੀ ਬਖਸ਼ਿਸ਼। ਈਵਨ ਕਿ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਕਮਾਈ ਦਾ ਜ਼ਿਕਰ ਕਰਦੇ ਆ। ਹੁਣ ਕਈ ਵਾਰੀ ਆਉਂਦਾ ਕਿ ਗੁਰੂ ਨੂੰ ਨਾਮ ਜਪਣ ਦੀ ਲੋੜ ਹੈ। ਪਿਆਰਿਓ, ਚੇਤੇ ਰੱਖਿਓ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਨੇ ਆਪ ਨਾਮ ਜਪਿਆ ਹੈ। ਜਿਵੇਂ ਅਸੀਂ ਪਾਠ ਕਰਨੇ ਆ ਕਿ ਸਤ ਧਰਤੀ ਭਈ ਖਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਖਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਗੁਰੂ ਕਿਉਂ ਨਹੀਂ ਤਪੱਸਿਆ ਕੀਤੀ? ਅਸੀਂ ਸ਼ਬਦ ਪੜ੍ਹਨੇ ਆ, ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਆਪ ਤਰਿਆ ਨਾਮ ਆਰਾਧਿਆ। ਗੁਰੂ ਨੇ ਆਪ ਬੰਦਗੀ ਕੀਤੀ। ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਆਪ ਤਰਿਆ ਜਿਨ ਡਿੱਠਾ ਤਿਨਾ ਲੈ ਛਡਾਏ। ਗੁਰੂ ਨੇ ਆਪ ਆਰਾਧਨਾ। ਜਿਵੇਂ ਭੱਟ ਕਹਿੰਦੇ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਫਿਰ ਬੇਨਤੀ ਇੱਥੇ ਭਗਤੀ ਦਾ ਜ਼ਿਕਰ ਕੀਤਾ। ਜਾਂ ਅਸੀਂ ਪਾਠ ਕਰਨੇ ਆ ਬਾਣੀ 'ਚ ਕਿ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਜਾਂ ਭੱਟ ਕਹਿੰਦੇ ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਗੁਰੂ ਭਗਤੀ ਕੀਤੀ ਆਪ, ਉਹੀ ਤਾਂ ਖਜ਼ਾਨਾ ਅਸੀਂ ਵਰਤ ਰਹੇ ਹਾਂ ਗੁਰੂ ਨਾਨਕ ਸਾਹਿਬ ਦਾ। ਖੈਰ, ਮੈਂ ਬੇਨਤੀ ਕਰਾਂਗਾ ਕਿ ਸਤਿਗੁਰੂ ਧੁਰ ਕਰਮ ਲਫ਼ਜ਼ ਉਹੀ ਧਿਆਉਂਦਾ ਜਿਹਦੇ ਤੇ ਧੁਰ ਕਰਮ ਹੋਵੇ, ਉਹਦੀ ਬਖਸ਼ਿਸ਼ ਹੋਵੇ। ਗੁਰੂ ਨਾਨਕ ਸਾਹਿਬ ਬਾਰੇ ਭਾਈ ਸਾਹਿਬ ਨੇ ਲਿਖਿਆ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਪਰ ਪਹਿਲਾਂ ਹੈ, ਪਹਿਲਾਂ ਬਾਬੇ ਪਾਇਆ ਬਖਸ਼ਦਾਰ। ਉਹਦੀ ਬਖਸ਼ਿਸ਼, ਉਹਦੀ ਕਿਰਪਾ, ਉਹਦੀ ਮਿਹਰਮਤ, ਜਦੋਂ ਬਖਸ਼ਿਸ਼ ਵਰਦੀ ਉਹਦੀ। ਅੱਗੇ ਮੈਂ ਬੇਨਤੀ ਕਰਾਂਗਾ ਆਪਾਂ ਮੰਗੀਏ ਕਿਰਪਾ, ਆਪਾਂ ਬਖਸ਼ਿਸ਼ ਮੰਗੀਏ, ਰਹਿਮਤ ਮੰਗੀਏ। ਅਸੀਂ ਉਹ ਕੁਛ ਮੰਗ ਲੈਂਦੇ ਹਾਂ ਜਿਹੜਾ ਸਾਡੇ ਲਈ ਦੁਖਦਾਈ ਹੋ ਜਾਂਦਾ ਹੈ। ਤੇ ਜੇ ਆਪਾਂ ਚੰਗਾ ਹੋਵੇ, ਕਿਰਪਾ ਕਿਉਂ ਨਾ ਮੰਗ ਲਈਏ? ਕਿ ਆਪਣੇ ਬਲ ਨਾਲ, ਆਪਣੀ ਸ਼ਕਤੀ ਨਾਲ, ਆਪਣੇ ਜ਼ੋਰ ਨਾਲ ਕਦੀ ਕਿਸੇ ਦੀ ਸੁਰਤ ਜੁੜਦੀ ਦੇਖੀ? ਮਹਾਰਾਜ ਨੇ ਤਾਂ ਬਾਣੀ ਵਿੱਚ ਕਿਹਾ ਕਿ ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਕਿ ਆਪਣੀ ਜ਼ੋਰ ਨਾਲ ਕਦੀ ਸੁਰਤ ਲੱਗਦੀ ਦੇਖੀ? ਕਿ ਆਪਣੇ ਜ਼ੋਰ ਦੇ ਨਾਲ ਕਦੀ ਕਿਸੇ ਨੇ ਸੰਸਾਰ ਦੇ ਬੰਧਨਾਂ ਤੋਂ ਜੁਗਤੀ ਨਾਲ ਛੁੱਟ ਗਏ? ਨਹੀਂ ਨਹੀਂ, ਕਮਾਈ ਕਰੀਏ, ਸਿਮਰਨ ਕਰੀਏ, ਬਾਣੀ ਪੜ੍ਹੀਏ, ਪਰ ਉਹਦੀ ਕਿਰਪਾ ਨੂੰ ਆਪਣੇ ਅੰਦਰੋਂ ਦੂਰ ਨਾ ਜਾਣ ਦੇਈਏ। ਆਓ ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇ ਦੇਣਾ। ਸਨਮਾਨਯੋਗ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੂੰ ਸਿੱਖ ਜਗਤ ਬਹੁਤ ਸਨਮਾਨ ਦਿੰਦਾ ਹੈ। ਉਹ ਮਹਾਨ ਗੁਰਸਿੱਖ ਦਾ ਜਦੋਂ ਦਾਸ ਜੀਵਨ ਪੜ੍ਹਦਾ ਹੈ ਤੇ ਅਕਸਰ ਬੇਨਤੀ ਕਰਦਾ ਹੈ ਕਿ ਪਿਆਰਿਓ, ਸਿੱਖੀ ਦੀ ਅਵਧ ਹੈ ਬਾਬਾ ਬੁੱਢਾ ਸਾਹਿਬ ਜੀ। ਸਿੱਖੀ ਦੀ ਸੀਮਾ ਤੱਕ ਸ਼ਬਦ ਵਰਤਿਆ ਸਾਡੇ ਇਤਿਹਾਸ ਨੇ ਕਿ ਸਿੱਖੀ ਅਵਧ ਨਾ ਇਸ ਤੇ ਪਰੈ, ਨਾਮ ਲੈਤ ਗਨ ਬਿਗਨ ਸੁਖਰ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਸਨ 1518 ਨੂੰ ਪਹਿਲੀ ਵਾਰ ਮਿਲਦੇ ਨੇ। ਮੈਂ ਸਿਰਫ ਇਹ ਅਰਜ਼ ਕਰਨੀ ਹੈ, ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿੰਨੀ ਖਸਮ ਧਿਆਇਆ। 1506 ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੁੰਦਾ ਹੈ। 1518 ਨੂੰ ਗੁਰੂ ਨਾਨਕ ਸਾਹਿਬ ਨੂੰ ਮਿਲਦੇ ਨੇ। 1539 ਤੱਕ ਗੁਰੂ ਨਾਨਕ ਸਾਹਿਬ ਦੀ ਚਰਨ ਸ਼ਰਨ ਕਰਤਾਰਪੁਰ ਰਹਿੰਦੇ ਨੇ। ਯਾਦ ਰੱਖੋ, 1604 ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੁੰਦਾ ਹੈ, ਉਸ ਵਕਤ ਇਸ ਗੁਰਸਿੱਖ ਦੀ ਉਮਰ
ਤਕਰੀਬਨ 98 ਸਾਲ ਦੇ ਕਰੀਬ ਹੋ ਚੁੱਕੀ। 98 ਸਾਲ ਦੀ ਉਮਰ ਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਨੇ। 1631 ਨੂੰ, ਸਨ 1631 ਨੂੰ ਬਾਬਾ ਬੁੱਢਾ ਸਾਹਿਬ ਪਿਆਨਾ ਕਰਦੇ ਨੇ, ਸਰੀਰਕ ਚੋਲਾ ਤਿਆਗਦੇ ਨੇ, ਜਾਂ ਸੰਸਾਰ ਤੋਂ ਕੂਚ ਲਫ਼ਜ਼ ਵਰਤ ਲਵਾਂ। ਬੇਨਤੀ ਹੈ ਕਿ ਜਦੋਂ 1631 ਨੂੰ, ਤੇ ਤੁਸੀਂ ਗਿਣਤੀ ਕਰਕੇ ਦੇਖੋ, 1506 ਤੋਂ ਲੈ ਕੇ 1631 ਤੱਕ 125 ਸਾਲ ਜ਼ਿੰਦਗੀ ਦੇ ਬਣਦੇ ਨੇ। 125 ਸਾਲ, 125 ਸਾਲ, ਇੱਕ ਸਦੀ ਤੋਂ 25 ਸਾਲ ਵੱਧ। ਤੇ ਉਹਨਾਂ 125 ਸਾਲਾਂ 'ਚ ਜੇ ਆਪਾਂ ਸਿੱਖੀ ਨਾਲ ਜਦੋਂ ਨਾਤਾ ਬਣਿਆ, ਉਹਨਾਂ ਦੀ ਗਿਣਤੀ ਕਰਕੇ ਦੇਖੀਏ ਤੇ 113 ਸਾਲ ਬਣਦੇ ਆ। 113 ਸਾਲ ਜ਼ਿੰਦਗੀ ਇੱਕ 2-4 ਦਿਨ ਦੀ ਗੱਲ ਨਹੀਂ। ਇੱਥੇ ਪਿਆਰਿਓ ਕੋਈ 13 ਦਿਨ ਝਾੜੂ ਮਾਰ ਲਏ, ਉਹ ਆਪਣੀ ਗੱਦੀ ਲਾ ਕੇ ਗੁਰੂ ਦਾ ਸ਼ਰੀਕ ਬੰਦਾ ਕਈ ਵਾਰੀ ਯਤਨ ਕਰਦਾ। 113 ਸਾਲ ਦੀ ਸੇਵਾ 'ਚ ਕਦੀ ਕੋਈ ਉਂਗਲ ਚੱਕ ਕੇ ਕਹੇ ਕਿ ਬਾਬਾ ਬੁੱਢਾ ਸਾਹਿਬ ਨੇ ਆਪਣੀ ਕੋਈ ਵੱਖਰੀ ਪ੍ਰਥਾ, ਵੱਖਰੀ ਕੋਈ ਗੱਦੀ ਜਾਂ ਵੱਖਰੀ ਕੋਈ ਮਰਿਆਦਾ ਚਲਾ ਦਿੱਤੀ। ਬਾਬਾ ਬੁੱਢਾ ਸਾਹਿਬ ਸਮਰਪਣ ਰਹੇ। ਮੈਂ ਖੈਰ ਜਿਹੜੀ ਬੇਨਤੀ ਕਰਨਾ, ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ। ਬਾਬਾ ਸਾਹਿਬ 1631 ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਰਮਦਾਸ ਦੀ ਧਰਤੀ ਤੇ ਅੰਤਲੇ ਸਮੇਂ ਬੈਠੇ ਨੇ। ਛਠਮ ਪੀਰ ਉਹ ਬਾਬਾ ਬੁੱਢਾ ਸਾਹਿਬ ਦੇ ਆਸਣ ਵਾਲੇ ਥਾਂ ਤੇ ਨੇ। ਸਵੇਰੇ ਬਾਬਾ ਜੀ ਨੇ ਪਿਆਨਾ ਕਰਨਾ, ਚਲਾਣਾ ਕਰਨਾ। ਉਸ ਵਕਤ ਜਿਹੜੇ ਗੁਰਸਿੱਖ ਕੋਲ ਨੇ, ਭਾਈ ਗੁਰਦਾਸ ਸਾਹਿਬ, ਭਾਈ ਬਿਧੀ ਚੰਦ ਜੀ, ਹੋਰ ਜਿਹੜੇ ਬਹੁਤ ਪਿਆਰ ਵਾਲੇ ਜੀਵਨ ਵਾਲੇ ਸਿੱਖ ਨੇ, ਉਹ ਬਾਬਾ ਸਾਹਿਬ ਨੂੰ ਹੱਥ ਜੋੜ ਕੇ ਪੁੱਛਦੇ ਨੇ, ਦਾਤਾ ਜੀ ਦੇ ਚਰਨਾਂ 'ਚ ਬੈਠਿਆਂ ਹੋਇਆਂ ਨੂੰ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਬੈਠਿਆਂ ਨੂੰ, ਕਿ ਬਾਬਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ, 5 ਪਾਤਸ਼ਾਹੀਆਂ ਨੂੰ ਹੱਥੀਂ ਗੁਰਿਆਈ ਤਿਲਕ ਦਿੱਤਾ, 6ਵੇਂ ਗੁਰਦੇਵ ਦੇ ਹਜ਼ੂਰੀ ਵਿੱਚ ਤੁਸੀਂ ਹੋ, ਤੁਸੀਂ ਗੁਰਬਾਣੀ ਯੁੱਗ ਦੇਖਿਆ, ਤੁਸੀਂ ਕੁਰਬਾਨੀ ਯੁੱਗ ਦੇਖਿਆ। ਬਾਬਾ ਜੀ ਤੁਸੀਂ ਆਪਣੇ ਹੱਥੀ ਸ਼ਸਤਰ ਪਹਿਨਾ ਕੇ ਇੱਕ ਸ਼ਸਤਰਧਾਰੀ ਸੰਤ ਸਿਪਾਹੀ ਦਾ ਯੁੱਗ ਵੀ ਆਪਣੇ ਅੱਖਾਂ ਨਾਲ ਦੇਖਿਆ। ਪਰ ਸਾਨੂੰ ਇੱਕ ਕਿਰਪਾ ਕਰਕੇ ਦੱਸੋ, ਕੀ ਕਮਾਈ ਕਰਕੇ, ਕਿਹੜੀ ਬਖਸ਼ਿਸ਼ ਮਿਲੇ, ਕਿਵੇਂ ਮਿਲੇ? ਉੱਥੇ ਬਾਬਾ ਜੀ ਦੇ ਸ਼ਬਦ ਨਿਮਰਤਾ ਵਾਲੇ ਸਨ। ਗੁਰਸਿੱਖੋ, ਮੈਂ ਦੀਪਕ ਦੀ ਤਰ੍ਹਾਂ, 6ਵੇਂ ਗੁਰਦੇਵ ਸੂਰਜ ਦੀ ਤਰ੍ਹਾਂ ਨੇ। ਇੱਕ ਦੀਪਕ ਦੀ ਕੀ ਹਸਤੀ ਕਿ ਸੂਰਜ ਦੇ ਸਾਹਮਣੇ ਉਹਨੇ ਕੋਈ ਰੋਸ਼ਨੀ ਬਖੇਰਨੀ। ਉੱਥੇ ਫਿਰ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ, ਬਾਬਾ ਜੀ ਸਿੱਖ ਪੁੱਛਦੇ ਨੇ ਤੇ ਆਪ ਦੀ ਜ਼ਰੂਰ ਕਿਰਪਾ ਕਰੋ। ਬਾਬਾ ਜੀ ਦੇ ਸ਼ਬਦ ਸੁਣਨ ਵਾਲੇ ਨੇ, ਕਹਿੰਦੇ ਨੇ ਕਿ ਜਪ ਕਰੋ ਗੁਰੂ ਦੇ ਸ਼ਬਦ ਦਾ, ਜਪ ਕਰੋ ਗੁਰੂ ਕੀ ਬਾਣੀ ਦਾ, ਤਪ ਕਰੋ ਗੁਰੂ ਦੀ ਦਿੱਤੀ ਹੋਈ ਸੇਵਾ ਦਾ, ਸੰਜਮ ਰੱਖੋ ਆਪਣੀਆਂ ਇੰਦਰੀਆਂ ਦਾ, ਦਿਨ ਰਾਤ ਪਿਆਰੇ ਦੀ ਆਰਾਧਨਾ ਵਿਜੜੋ। ਪਰ ਇੰਨਾ ਕੁਝ ਕਰਕੇ ਇੱਕ ਗੱਲ ਗੁਰਸਿੱਖੋ ਚੇਤੇ ਰੱਖਿਓ, ਮਹਾਰਾਜ ਕੀ ਕਹਿਣ ਲੱਗੇ, ਜਪ ਕਰੋ ਸ਼ਬਦ ਦਾ, ਤਪ ਕਰੋ ਸੇਵਾ ਦਾ, ਸੰਜਮ ਰੱਖੋ ਇੰਦਰੀਆਂ ਦਾ, ਸਿੱਖੀ ਵਿੱਚ ਆਪਣੇ ਆਪ ਨੂੰ ਸਮਰਪਿਤ ਰੱਖੋ। ਅਗਲਾ ਬਚਨ ਕਿਹਾ, ਸਭ ਕੁਝ ਕਰਕੇ ਵੀ ਆਪਣੇ ਕੀਤੇ ਦਾ ਦਾਵਾ ਤੇ ਆਪਣੇ ਕੀਤੇ ਦੀ ਫਲ ਦੀ ਆਸ ਨਹੀਂ ਰੱਖਣੀ। ਸਭ ਕੁਝ ਕਰਕੇ ਵੀ ਇੱਕੋ ਯਾਦ ਰੱਖਿਓ ਕਿ ਉਹਦੀ ਕਿਰਪਾ ਦੀ, ਉਹਦੀ ਨਦਰ ਦੀ, ਉਹਦੇ ਫਜ਼ਲ ਦੀ, ਉਹਦੀ ਮਿਹਰ ਦੀ ਜਾਚਨਾ ਕਰਨੀ। ਇਹ ਸਭ ਕੁਝ ਫਲੀਭੂਤ ਤਾਂ ਹੋਵੇਗਾ ਜੇ ਉਸ ਮਾਲਕ ਦੀ ਕਿਰਪਾ ਵਰਤੇਗੀ ਤਾਂ। ਮੈਂ ਬੇਨਤੀ ਕਰਾਂ, ਸਿੱਖ ਕਿਰਪਾ ਤੇ ਜਿੰਦਾ ਹੈ। ਆਓ ਥੋੜਾ ਜਿਹਾ ਦੇਖੀਏ, ਜਦੋਂ ਉਹਦੀ ਕਿਰਪਾ ਵਰਤਦੀ ਹੈ, ਉਹਦੀ ਬਖਸ਼ਿਸ਼ ਵਰਤੀ ਹੈ, ਪਿਆਰਿਓ ਉਦੋਂ ਹੀ ਜਪੇ ਹੋਏ ਨੂੰ ਰੰਗ ਚੜ੍ਹਦਾ ਹੈ। ਰੰਗ ਪਿਆਰ ਹੈ, ਚੜ੍ਹਦਾ ਨਹੀਂ ਉਨੀ ਦੇਰ ਤੱਕ ਜਗਦੇ ਉਹਦੀ ਕਿਰਪਾ ਨੇ। ਮੈਨੂੰ ਯਾਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈ, ਉਹਦੇ ਵਿੱਚ ਉਹਨਾਂ ਨੇ ਬਚਨ ਕੀਤਾ ਹੈ ਕਿ ਮਹਿੰਦੀ ਦੇ ਪੱਤਿਆਂ 'ਚ ਰੰਗ, ਮਹਿੰਦੀ 'ਚ ਰੰਗ, ਪੀ ਲਓ ਤਾਂ ਰੰਗ, ਪਾਣੀ ਪਾ ਦਿਓ ਤਾਂ ਰੰਗ, ਘੋਲ ਲਵੋ ਤਾਂ। ਪਰ ਉਹ ਰੰਗ ਹੋਣ ਦੇ ਬਾਵਜੂਦ ਵੀ ਰੰਗ ਉਗੜਦਾ ਉਦੋਂ ਹੈ ਜਦੋਂ ਕੋਈ ਆਪਣੇ ਹੱਥਾਂ ਤੇ ਪੈਰਾਂ ਦੀਆਂ ਤਲੀਆਂ ਤੇ ਲਾ ਲੈਂਦਾ ਹੈ। ਰੰਗ ਹੈ, ਮਹਿੰਦੀ ਦੀ ਕਮਾਈ ਹੈ।
ਉਸ ਬੂਟੇ ਨੇ ਦੁੱਖ ਸੁੱਖ ਮੌਸਮ ਦੀ ਮਾਰ ਝੱਲੀ, ਉਹਨੂੰ ਸੁਕਾਇਆ ਗਿਆ, ਪੀਸਿਆ ਗਿਆ, ਉਹਨੂੰ ਘੋਲਿਆ ਗਿਆ, ਉਹਨੇ ਸਭ ਕੁਝ ਝੱਲਿਆ, ਪਰ ਉਹਦੀ ਕਮਾਈ ਦਾ ਰੰਗ ਤਾਂ ਆਵੇਗਾ ਜੇ ਪਿਆਰਾ ਕੋਈ ਆਪਣੇ ਚਰਨਾਂ ਦੀਆਂ ਤਲੀਆਂ ਦੇਵੇਗਾ। ਮੈਂ ਬੇਨਤੀ ਕਰਾਂਗਾ, ਮਹਾਰਾਜ ਜੀ ਦਾ ਸ਼ਲੋਕ ਹੈ ਜੀ ਕਿ ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ, ਤੈ ਸ਼ੈ ਬਾਤ ਨਾ ਪੁੱਛਿਆ, ਕਬੂ ਨਾ ਲਾਈ ਪਾਏ। ਘਾਲਣਾ ਕਮਾਈ ਕੀਤੀ ਮਹਿੰਦੀ ਦੀ ਤਰ੍ਹਾਂ, ਪਰ ਮਾਲਕ ਨੇ ਪੁੱਛੇ ਹੀ ਨਹੀਂ। ਸਾਹਿਬ ਦੇ ਬੋਲ, ਮਹਾਰਾਜ ਜੀ ਨੇ ਕਿਹਾ ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ, ਤੈ ਸ਼ੈ ਬਾਤ ਨਾ ਪੁੱਛਿਆ, ਕਬੂ ਨਾ ਲਾਈ ਪਾਏ। ਅੱਗੇ ਕਹੇ ਮਹੱਲਾ ਤੀਜਾ, ਗੁਰੂ ਅਮਰਦਾਸ ਦੇ ਬੋਲ, ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸ਼ੋ ਨਦਰ ਕਰੇ, ਆਪੇ ਪੀਸੈ ਆਪੇ ਘਸੈ, ਆਪੇ ਹੀ ਲਾਏ ਲੈ। ਇਹ ਤੇ ਸ਼ਬਦ ਧਿਆਨ ਦਿਆ ਜੇ, ਸੋ ਸ਼ੋ ਨਦਰ ਕਰੇ। ਠੀਕ ਹੈ, ਮਹਿੰਦੀ ਦਾ ਰੰਗ ਹੈ, ਪਰ ਨਦਰ ਤੋਂ ਬਿਨਾ ਰੰਗ ਨਹੀਂ ਉਗੜਦਾ। ਸਾਹਿਬ ਕਹਿੰਦੇ ਨੇ ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸ਼ੋ ਨਦਰ ਕਰੇ, ਆਪੇ ਪੀਸੈ ਆਪੇ ਘਸੈ, ਆਪੇ ਹੀ ਲਾਏ ਲਏ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ, ਤੈ ਦੇ ਇਹ ਤਾਂ ਪਿਆਰੇ ਦੀ ਬਖਸ਼ਿਸ਼ ਹੈ, ਜਿਹਦੇ ਤੇ ਉਹ ਚਾਹੇ ਉਹ ਕਿਰਪਾ ਆਪਣੀ ਬਖਸ਼ਿਸ਼ ਵਰਤਾ ਦਿੰਦਾ ਹੈ। ਮੈਂ ਬੇਨਤੀ ਕਰਾਂਗਾ, ਤਾਂ ਹੀ ਗੁਰਬਾਣੀ ਨੇ ਜਦੋਂ ਸਿਮਰਨ ਕਰਨ ਵਾਲਾ ਕੋਈ ਕਰਦਾ ਹੈ, ਉਹ ਕਹਿੰਦਾ ਮੈਂ ਨਹੀਂ ਕੀਤਾ, ਪਿਆਰੇ ਦਾਤੇ ਨੇ ਕਿਰਪਾ ਕਰਕੇ ਕਰਾ ਲਿਆ। ਜਿਵੇਂ ਸਾਹਿਬ ਦੇ ਅਸੀਂ ਬੋਲ ਪੜ੍ਹਨੇ ਆ, ਸੋ ਸਿਮਰੈ ਜਿਨ ਆਪ ਸਿਮਰਾਏ, ਸੋ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਂ ਕੈ ਲਾਗੂ ਪਾਏ। ਜਾਂ ਅਸੀਂ ਪੜ੍ਹਨੇ ਆ, ਨਦਰ ਕਰੇ ਤਾਂ ਸਿਮਰਿਆ ਜਾਏ। ਜਾਂ ਅਸੀਂ ਪਾਠ ਕਰਨੇ, ਜਾਂ ਤੂੰ ਟੁੱਟ ਪਵੇਂ ਬਖਸ਼ਿਸ਼ ਕਰੇ, ਜਾਂ ਤੂੰ ਤੁਸੈ ਮਿਹਰਵਾਨ ਤਾਂ ਅਚਿੰਤ ਵਸੈ ਮਨ ਮਾਹੇ, ਜਾਂ ਤੂੰ ਤੁਸੈ ਮਿਹਰਵਾਨ ਤਾਂ ਨਵਨਿਧ ਘਰ ਮੈਂ ਪਾਹੇ, ਜਾਂ ਤੂੰ ਤੁਸੈ ਮਿਹਰਵਾਨ ਤਾਂ ਗੁਰ ਕਾ ਮੰਤਰ ਕਮਾਹੇ, ਜਾਂ ਤੂੰ ਤਸੈ ਮਿਹਰਵਾਨ ਤਾਂ ਨਾਨਕ ਸੱਚ ਸਮਾਹੇ। ਉਹਦਾ ਤੁਸਣਾ, ਉਹਦੀ ਕਿਰਪਾ, ਉਹਦੀ ਨਦਰ। ਦੇਖੋ ਇੱਥੇ ਸਾਹਿਬ ਨੇ ਪੌੜੀ 'ਚ ਪਹਿਲਾ ਜਿਹੜਾ ਬਚਨ ਕਿਹਾ, ਮੈਂ ਤਾਂ ਥੋੜ੍ਹਾ ਜਿਹਾ ਪਹਿਲੀ ਤੁਕ ਉੱਤੇ ਜ਼ਿਆਦਾ ਬੋਲ ਦਿੱਤਾ, ਕਿਉਂਕਿ ਇਹ ਧਿਆਏਗਾ ਉਹ ਸਤਿਗੁਰੂ ਸਾਡੀ ਸੁਰਤ ਚੁੱਕ ਲਗੇ। ਇੱਥੇ ਮਾੜੇ ਵੀ ਨੇ ਚੰਗੇ ਵੀ ਨੇ, ਪਰ ਮਹਾਰਾਜ ਕਹਿੰਦੇ ਨੇ ਕਿ ਪੌੜੀ ਧੁਰ ਕਰਮ ਜਿਨ੍ਹਾਂ ਕਉ ਤੁਧ ਪਾਇਆ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਧੁਰ ਕਰਮ ਜਿਨ੍ਹਾਂ ਕਉ ਤੁਧ ਪਾਇਆ। ਧੁਰ ਕਰਮਦਾਰ ਤੇ ਧੁਰ ਦਰਗਾਹ ਤੋਂ ਜਿਨ੍ਹਾਂ ਨੂੰ ਬਖਸ਼ਿਸ਼ ਮਿਲੀ, ਕਰਮ ਮਿਲਿਆ, ਤੂੰ ਕਿਰਪਾ ਕੀਤੀ। ਤੇ ਮਹਾਰਾਜ ਕਹਿੰਦੇ ਨੇ ਤਾਂ ਤਦੋਂ ਹੀ ਤਿੰਨੀ ਖਸਮ ਧਿਆਇਆ। ਖਸਮ ਦਾ ਸਿਮਰਨ, ਪਰਮਾਤਮਾ ਦਾ ਸਿਮਰਨ, ਖਸਮ ਦੀ ਇਬਾਦਤ ਉਦੋਂ ਹੀ ਹੋਈ ਜਦੋਂ ਧੁਰ ਕਰਮ ਉਹਦਾ ਪ੍ਰਗਟ ਹੋ ਗਿਆ। ਤੇ ਯਾਦ ਰੱਖੋ, ਜਦੋਂ ਵੀ ਮੰਗੀਏ ਉਹਦੀ ਕਿਰਪਾ ਹੀ ਮੰਗੀਏ, ਉਹਦਾ ਤਰਸ ਹੀ ਮੰਗੀਏ। ਤਾਂ ਹੀ ਸਾਹਿਬ ਨੇ ਬਾਣੀ 'ਚ ਕਿਹਾ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਾਤੇ। ਉਹਦੀ ਕਿਰਪਾ, ਉਹਦੀ ਨਦਰ। ਤੇ ਕਈ ਵਾਰੀ ਅਸੀਂ ਥੋੜ੍ਹੀ ਬਹੁਤ ਕਮਾਈ ਕਰਨੇ ਆ, ਉਸ ਕਮਾਈ ਦਾ ਹੱਕ ਵੀ ਮੰਗਣ ਲੱਗ ਪੈਂਦੇ। ਸਾਡਾ ਇੱਕ ਸੁਭਾਅ ਹੈ ਜੀ ਕਿ ਅਸੀਂ ਕੁਛ ਕਮਾਇਆ, ਆਖਰ ਇੰਨਾ ਸਿਮਰਨ ਕੀਤਾ, ਸਾਡਾ ਇਹ ਫਲ ਤਾਂ ਬਣਦਾ ਹੀ ਇੰਨੇ ਦਿਨ। ਸੱਚ ਹੈ ਜੇ, ਮੈਨੂੰ ਖਿਮਾ ਕਰ ਦਿਓ, ਅੱਜ ਬਾਣੀ ਵੀ ਗੁਰਦੁਆਰਾ ਤੇ ਧਰਮ ਸਥਾਨ ਸਿਰਫ ਇੱਕ ਬਿਜ਼ਨਸ ਦਾ ਸੈਂਟਰ ਬਣ ਕੇ ਰਹਿ ਗਏ। ਪ੍ਰਬੰਧਕ ਆਪਣਾ ਕੰਮ ਚਲਾਉਂਦੇ ਨੇ, ਆਪਣਾ ਨਾਮ ਚਮਕਾਉਂਦੇ ਨੇ, ਅਸੀਂ ਲੋਕ ਆਪਣੀਆਂ ਰੋਟੀਆਂ ਸੇਕਨੇ ਆ। ਮੈਨੂੰ ਬਖਸ਼ ਦਿਓ, ਸੰਗਤ ਵਿੱਚ ਵੀ ਨੈਗੇਟਿਵ ਨੇ ਕਹਿ ਰਿਹਾ, ਬਹੁ ਗਿਣਤੀ 'ਚ ਉਹੀ ਆਉਂਦੇ ਨੇ ਜਿਹੜੇ ਰੱਬ ਪੁੱਛੋ ਬਿਜ਼ਨਸ ਦੇ ਤੌਰ 'ਤੇ ਮੰਗਦੇ ਨੇ ਕਿ ਇੰਨਾ ਕੁਝ ਦਿੱਤਾ ਦਾਨ ਪੁੰਨ ਤੇ ਇਹਦੇ ਬਦਲੇ ਇੰਨਾ ਕੁਝ ਮਿਲੇਗਾ। ਨਹੀਂ, ਉਹ ਉਸ ਦੇ ਦਰ ਤੋਂ ਅਸੀਂ ਕਿਰਪਾ ਕਿਉਂ ਨਹੀਂ ਮੰਗਦੇ? ਮੈਂ ਕਈ ਵਾਰੀ ਕਹਿੰਦਾ ਉਹਨਾਂ, ਹੱਕ ਮੰਗੋਗੇ ਤੇ ਫਸ ਜਾਓਗੇ। ਜੇ ਅਸੀਂ ਲੇਖਾ ਕਰਾਂਗੇ ਵੀ ਮੇਰਾ ਲੇਖਾ ਕਰ, ਮੰਨ ਲਓ ਅਸੀਂ ਚੰਗੇ ਕਰਮ ਤਾਂ ਚੇਤੇ ਰੱਖਨੇ, ਆ ਵੀ ਕੀਤਾ ਆ ਵੀ ਕੀਤਾ, ਉਹ ਤਾਂ ਲਿਸਟ ਰੱਬ ਨੂੰ ਸੌਂਪ ਦਿੰਦੇ ਆ। ਤੇ ਜਿਹੜਾ ਕੁਝ ਖਾ ਪਾ ਕੇ ਮੁੱਕਰ ਗਏ, ਕਦੀ ਉਹ ਲਿਸਟ ਤਾਂ ਰੱਬ ਨੂੰ ਦਿੱਤੀ ਨਹੀਂ। ਪਰ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪਾਠ ਕਰਦੇ ਆ, ਸਤਿਗੁਰੂ ਜਦੋਂ ਅਰਦਾਸ ਕਰਦੇ ਨੇ, ਇਹੀ ਕਹਿੰਦੇ ਨੇ, ਮੈਂ ਕੀਤੇ ਨੂੰ ਜਾਣਿਆ ਨਹੀਂ, ਤੂੰ ਮੈਨੂੰ ਇੰਨਾ ਕੁਝ ਦਿੱਤਾ, ਮੈਂ ਤੈਨੂੰ ਸਮਝਿਆ ਨਹੀਂ। ਜਿਵੇਂ ਅਸੀਂ
ਅਸੀਂ ਦਾਵਾ ਕਰਨੇ ਅਸੀਂ ਸਿਮਰਨ ਕੀਤਾ, ਪਰ ਗੁਰੂ ਸਾਹਿਬ ਤਾਂ ਬਾਣੀ 'ਚ ਇਹ ਕਹਿੰਦੇ ਨੇ, ਸਭ ਜੀਓ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ, ਅਨ ਖਾਣਾ ਕੱਪੜ ਪਹਿਨਣ ਦੀਆ ਰਸ ਅਨ ਭੋਗਾਣੀ, ਜਿਨ ਦੀਏ ਸੋ ਚਿੱਤ ਨ ਆਵੀ ਪਸ਼ੂ ਖਾਉ ਕਰ ਜਾਣੀ। ਗੁਰੂ ਰਾਮਦਾਸ ਕਹਿੰਦੇ ਨੇ ਤੁਸੀਂ ਤਨ ਢੱਕਣ ਲਈ ਕੱਪੜੇ ਦਿੱਤੇ, ਖਾਣ ਨੂੰ ਅੰਨ ਦਿੱਤਾ, ਪੀਣ ਨੂੰ ਪਾਣੀ ਦਿੱਤਾ, ਪਰ ਤੁਸੀਂ ਇੰਨਾ ਕੋਈ ਦਿੱਤਾ ਮੈਂ ਤੇਰੇ ਦਿੱਤੇ ਨੂੰ ਜਾਣਿਆ ਨਹੀਂ। ਤੇ ਅਸੀਂ ਕੀ ਕਰਨੇ ਆ, ਲੈ ਕੇ ਵੀ ਕਹਿੰਦੇ ਆ ਰੱਬਾ ਮੈਂ ਇੰਨਾ ਸਿਮਰਨ ਕੀਤਾ, ਤੂੰ ਮੈਨੂੰ ਕੀ ਦਿੱਤਾ। ਬਸ ਆਹੀ ਫਰਕ ਹੈ। ਸਭ ਜੀਓ ਪਿੰਡ ਮੁਖ ਨੱਕ ਦੀਆ, ਪੂਰੀ ਬੋਡੀ ਦਿੱਤੀ, ਤਨ ਸਰੀਰ ਦਿੱਤਾ, ਪਾਣੀ ਦਿੱਤਾ, ਅੰਨ ਦਿੱਤਾ। ਸਭ ਜੀਓ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ, ਅਨ ਖਾਣਾ ਕੱਪੜ ਪਹਿਨਣ ਦੀਆ ਰਸ ਅਨ ਭੋਗਾਣੀ, ਮਾਲਕ ਜਿਨ ਦੀਏ ਸੋ ਚਿੱਤ ਨ ਆਵੀ ਪਸ਼ੂ ਖਾਉ ਕਰ ਜਾਣੀ। ਜਿਨਨੇ ਦਿੱਤੇ ਉਹਨੂੰ ਜਾਣਿਆ ਨਹੀਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਤਾਂ ਪਸ਼ੂ ਬਿਰਤੀਕ ਬਣ ਗਏ। ਤੁਸੀਂ ਜਿੰਨੀ ਬਾਣੀ ਪੜ੍ਹੋਗੇ ਸਤਿਗੁਰੂ ਵਾਰ-ਵਾਰ ਇਹ ਨਹੀਂ ਕਹਿਣਗੇ ਕਿਤੇ ਮੈਂ ਆਹ ਕਮਾਈ ਕੀਤੀ ਤੂੰ ਕਿ ਮੈਨੂੰ ਦਿੱਤਾ। ਮੇਰੀ ਬੇਨਤੀ ਹੈ ਸਤਿਗੁਰੂ ਦੀ ਗੁਰਮਤਿ ਨੂੰ ਸਮਝੋ। ਉੱਥੇ ਰੱਬ ਦੇ ਦਿੱਤੇ ਦਾ ਜੇ ਸ਼ੁਕਰ ਨਹੀਂ ਕੀਤਾ, ਉਸ ਨਿਸ਼ੁਕਰੇ ਪੁੰਨ ਦੀ ਅਰਦਾਸ ਜਿਵੇਂ ਜ਼ਰੂਰ ਕੀਤੀ। ਜਿਵੇਂ ਗੁਰੂ ਨਾਨਕ ਸਾਹਿਬ ਦੇ ਬੋਲ ਨੇ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂ ਕਿਆ ਮੂੰਹ ਦੇਸਾ ਦੁਸ਼ਟ ਚੋਰ। ਜਾਂ ਅਸੀਂ ਪੜ੍ਹਨੇ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ। ਜਾਂ ਸਾਹਿਬ ਕਹਿੰਦੇ ਨੇ ਕਿ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਇਹ ਸ਼ਬਦ ਵਰਤੇ ਕਿ ਪ੍ਰਮਾਤਮਾ ਅਸੀਂ ਕੋਈ ਚੰਗੇ ਕਰਮ ਨਹੀਂ ਕਰਦੇ। ਮੈਂ ਇੱਕ ਬੇਨਤੀ ਕਰਾਂਗਾ, ਉਹਦੀ ਫਜ਼ਲ ਮੰਗੋ। ਸ਼ਾਹ ਹੁਸੈਨ ਨੇ ਗੱਲ ਕਹੀ ਸੀ, ਉਹ ਕਹਿੰਦਾ ਉਹ ਦੁਨੀਆ ਦੇ ਲੋਗੋ ਜਦੋਂ ਅੱਲਾ ਦੇ ਸਾਹਮਣੇ ਦੁਆ ਕਰਦੇ ਹੋ, ਕਦੀ ਉਸ ਦੁਆ ਦੇ ਵਿੱਚ ਇਹ ਨਾ ਮੰਗੋ ਕਿ ਮੈਂ ਅੱਲਾ ਰੱਬ ਦੇ ਕੋਲ ਕਿ ਮੇਰਾ ਹੱਕ ਮੈਨੂੰ ਦੇ, ਮੇਰਾ ਫੈਸਲਾ ਕਰ, ਇਨਸਾਫ ਕਰ। ਨਹੀਂ ਨਹੀਂ, ਤੂੰ ਜਦੋਂ ਵੀ ਮੰਗਣਾ ਰੱਬ ਦੇ ਦਰ ਤੋਂ, ਅੱਲਾ ਦੇ ਦਰ ਤੋਂ ਅਦਲ ਨਾ ਮੰਗੀ, ਤੂੰ ਫਜ਼ਲ ਹੀ ਮੰਗੀ। ਅਦਲ ਦਾ ਅਰਥ ਹੈ ਇਨਸਾਫ ਤੇ ਫਜ਼ਲ ਦਾ ਅਰਥ ਹੈ ਕਿਰਪਾ। ਸ਼ਾਹ ਹੁਸੈਨ ਦੇ ਬੋਲ ਨੇ, ਕਹਿ ਸ਼ਾਹ ਹੁਸੈਨ ਫਕੀਰ ਸਾਈਂ ਦਾ ਅਦਲੋਂ ਫਜ਼ਲ ਕਰੀ, ਤੂੰ ਅਦਲ ਨਾਲੋਂ ਫਜ਼ਲ ਕਰ, ਆਪਣੀ ਕਿਰਪਾ ਕਰ। ਮੈਂ ਇੱਥੇ ਬੇਨਤੀ ਕਰਾਂਗਾ, ਜਿੰਨੇ ਬੰਦਗੀ ਕਰਦੇ ਨੇ, ਜਿਉਂ-ਜਿਉਂ ਸਿਮਰਨ ਕਰਦੇ ਨੇ, ਉਹ ਆਪਣੀ ਕਮਾਈ ਨੂੰ ਰੱਬ ਦੇ ਬਖਸ਼ਿਸ਼ ਵਾਲੇ ਪਾਸੇ ਲੈ ਜਾਂਦੇ ਨੇ। ਤਾਂ ਹੀ ਸਾਹਿਬ ਨੇ ਕਿਹਾ ਕਿ ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ। ਇੱਥੇ ਫਿਰ ਪਾਠ ਕਰ ਲਈਏ, ਧੁਰ ਦਰਗਾਹ ਤੋਂ ਪ੍ਰਭੂ ਜਿਨ੍ਹਾਂ ਦੇ ਤੂੰ ਬਖਸ਼ਿਸ਼ ਪਾ ਦਿੱਤੀ, ਕਿਰਪਾ ਕਰ ਦਿੱਤੀ, ਤਾਂ ਤਿੰਨੀ ਖਸਮ ਧਿਆਇਆ। ਉਹਨਾਂ ਨੇ ਖਸਮ ਪਰਮਾਤਮਾ ਨੂੰ ਧਿਆਉਣਾ ਕੀਤਾ। ਸਤਿਗੁਰੂ ਫਿਰ ਅੱਗੇ ਕੈਸੀ ਕਿਰਪਾ ਕਰਦੇ ਨੇ, ਕਹਿੰਦੇ ਨੇ ਇਹਨਾਂ ਜਨਤਾ ਕੈ ਵਸ ਕਿਛ ਨਾਹੀ। ਇਹ ਪਾਠ ਨੂੰ ਜ਼ਰੂਰ ਆਪਾਂ ਧਿਆਨ ਨਾਲ ਸੁਣੀਏ। ਇਹਨਾਂ ਜਨਤਾ ਕਿਹੜੇ, ਜਿਹੜੇ ਜੰਤ ਉੱਤੇ ਗਿਣੇ ਨੇ, ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ ਸ਼ਿੰਗਾਰ, ਜਿਹੜੇ ਉੱਤੇ ਗਣੇ ਨੇ, ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹਿ ਕਰਬਾਰ। ਉਹਨਾਂ ਦੇ ਪਾਪ ਪਰਪੰਜ ਦਾ ਜ਼ਿਕਰ ਕੀਤਾ, ਪਰ ਫਿਰ ਵੀ ਰੱਬ ਦੇ ਸ਼ੁਕਰ 'ਚ ਲੈ ਗਏ। ਕਹਿੰਦੇ ਨੇ ਪ੍ਰਭੂ ਇਹਨਾਂ ਜਨਤਾ ਜਿਹੜੇ ਆ ਭਟਕੇ ਹੋਏ ਨੇ, ਜਿਨ੍ਹਾਂ ਨੂੰ ਸਮਝ ਕੋਈ ਨਹੀਂ, ਇਹਨਾਂ ਵਿਚਾਰਿਆਂ ਦੇ ਵਸ ਕੀ, ਚਲਾਉਣ ਵਾਲਾ ਤੂੰ ਆਪ ਹੈ ਨਾ। ਇਹਨਾਂ ਜਨਤਾ ਕਹਿ ਵਸ ਕਿਛ ਨਾਹੀ, ਇਹ ਪਾਠ ਨਹੀਂ ਕਰਨਾ। ਨਾਹੀ, ਇਹਨਾਂ ਜਨਤਾ ਦੇ ਹੱਥ ਵਿੱਚ ਕੁਛ ਵੀ ਨਹੀਂ ਪ੍ਰਭੂ, ਤੁਧ ਵੇਖੀ ਜਗਤ ਉਪਾਇਆ। ਵੇਖੀ ਦਰ ਤੇ ਵੱਖ-ਵੱਖ ਕਿਸਮ ਦਾ, ਕਈ ਰੰਗਾਂ ਦੇ ਜੀਵ ਤੂੰ ਪੈਦਾ ਕਰ ਦਿੱਤੇ। ਇਹ ਜਿਹੜਾ ਤੂੰ ਜਗਤ ਉਪਾਇਆ, ਸਾਰਿਆਂ ਦੇ ਸੁਭਾਅ ਇੱਕੋ ਜਿਹੇ ਨਹੀਂ, ਇਹ ਤੇਰੇ ਪੈਦਾ ਕੀਤੇ ਹੋਏ ਨੇ। ਉਸੇ ਘਰ ਦੇ ਅੰਦਰ ਇੱਕ ਬੰਦਾ ਸਵੇਰੇ ਉੱਠ ਕੇ ਨਾਮ ਪਿਆ ਜਪਦਾ ਹੈ, ਤੇ ਦੂਜਾ ਬੰਦਾ ਰਾਤ ਦਾ ਦਾਰੂ ਪੀਤਾ ਸਵੇਰ ਤੱਕ ਸੁੱਤਾ ਹੈ। ਪੈਦਾ ਤਾਂ ਤੂੰ ਹੀ ਕੀਤੇ। ਮੈਂ ਬੇਨਤੀ ਕਰਾਂਗਾ ਇਸ ਪਰਮਾਤਮਾ ਦੀ ਰਚਨਾ, ਇਸ ਗੱਲ ਨੂੰ ਸੁਣਿਓ, ਇਹਨੂੰ ਦਵੈਸ਼ 'ਚ ਨਹੀਂ ਲਿਜਾਣਾ। ਸਤਿਗੁਰੂ ਇਹਦੇ ਵਿੱਚੋਂ ਤਾਂ ਅਦਵੈਤ ਪੈਦਾ ਕਰ ਰਹੇ ਨੇ ਕਿ ਮੇਰੇ ਮਾਲਕ ਇਹਨਾਂ ਜਨਤਾ ਕਹਿ ਵਸ ਕਿਛ ਨਹੀਂ, ਤੁਧ ਵੇਖੀ ਜਗਤ ਉਪਾਇਆ। ਇਹਨਾਂ ਦੇ ਹੱਥ 'ਚ ਕੀ ਪੈਦਾ ਤਾਂ ਤੂੰ ਕੀਤੇ। ਤਾਂ ਹੀ ਬਾਣੀ 'ਚ ਇੱਕ ਬਚਨ ਆਉਂਦਾ ਹੈ, ਮੇਰੇ ਪ੍ਰਭ ਸਾਚੈ ਖੇਰ ਰਚਾਇਆ, ਕੋਈ ਨਾ ਕਿਸੀ ਜਿਹਾ ਉਪਾਇਆ। ਤੁਧ ਵੇਖੀ ਜਗਤ ਉਪਾਇਆ, ਕੋਈ ਕਿਸੇ ਵਰਗਾ ਨਹੀਂ ਬਣਾਇਆ। ਸੱਚ ਐਵੇਂ ਇੱਕ ਪੱਤਾ ਦੂਜੇ ਪੱਤੇ ਨਾਲ ਮੇਲ ਨਹੀਂ ਖਾ ਰਿਹਾ। ਸਾਰਿਆਂ ਦੇ ਸੁਭਾਅ ਇੱਕੋ ਜਿਹਾ ਕਿੱਥੇ ਮੇਲ ਖਾ ਜਾਂਦੇ ਨੇ। ਮੇਰੇ ਸਤਿਗੁਰੂ ਦਾ ਇੱਕ ਅੰਮ੍ਰਿਤ ਬੋਲ ਹੈ ਜੀ, ਮੈਂ ਇਸ ਕਰਕੇ ਬੇਨਤੀ ਕਰ ਲੱਗਾ
ਕਿ ਜਿਹੜੇ ਉੱਪਰ ਅਸੀਂ ਸ਼ਲੋਕਾਂ 'ਚ ਵਿਚਾਰੇ ਨੇ, ਆਪਣੇ ਅੰਦਰ ਉਹਨਾਂ ਪ੍ਰਤੀ ਨਫ਼ਰਤ ਭਰ ਕੇ ਮੈਲ ਨਾ ਭਰ ਲਈਏ, ਪਰਪੰਚ ਤੋਂ ਬਚੀਏ, ਪਖੰਡ ਤੋਂ ਬਚੀਏ, ਪਰ ਸੁਰਤ ਨੂੰ ਇੰਨਾ ਉੱਚਾ ਚੁੱਕ ਕੇ ਲੈ ਜਾਈਏ ਕਿ ਸੁਰਤ ਇੰਨੀ ਉੱਚੀ ਹੋ ਜਾਏ, ਇਹ ਵੀ ਸ਼ੁਕਰ ਵਿੱਚ ਜੁੜ ਜਾਏ। ਮਾਲਕਾ, ਜੇ ਭਲੇ ਨੇ, ਚੰਗੇ ਨੇ, ਮੰਦੇ ਨੇ, ਇਹ ਵਿਚਾਰੇ ਤੇਰੀ ਪੈਦਾ ਕੀਤੇ ਹੋਏ ਨੇ। ਜਿਵੇਂ ਗੁਰੂ ਸਾਹਿਬ ਦੀ ਬਾਣੀ 'ਚ ਇੱਕ ਅੰਮ੍ਰਿਤ ਬਚਨ ਹੈ ਜੀ, ਅਸੀਂ ਦੇਖਨੇ ਕਈ ਵਾਰੀ ਮੇਲਿਆਂ ਉੱਪਰ ਰੱਸੀਆਂ ਨਾਲ ਕਠਪੁਤਲੀਆਂ ਦਾ ਨਾਚ ਕਰਾਉਂਦੇ ਨੇ। ਅਕਸਰ ਮੇਲੇ ਪੰਜਾਬ ਜਦੋਂ ਲੱਗਦੇ ਨੇ, ਲੋਕ ਦੇਖਣ ਜਾਂਦੇ, ਉਹਦੇ ਰੱਸੀਆਂ ਉੱਤੇ ਹੁੰਦੀਆਂ ਨੇ ਤੇ ਕਠਪੁਤਲੀਆਂ ਜਿਹੜੀਆਂ ਨੇ ਉਹ ਨੱਚਦੀਆਂ ਨੇ, ਤੇ ਨੱਚਦੀਆਂ ਕਠਪੁਤਲੀਆਂ ਨੇ। ਤੇ ਚੇਤੇ ਰੱਖਿਓ, ਨਚਾਉਣ ਵਾਲਾ ਕੋਈ ਹੋਰ ਏ, ਜਿਹਦੇ ਹੱਥ ਵਿੱਚ ਰੱਸੀਆਂ ਨੇ ਉਹ ਦਿਸ ਨਹੀਂ ਰਿਹਾ, ਪਰ ਹੱਥਾਂ ਵਿੱਚ ਰੱਸੀਆਂ ਵਾਲਾ ਆਪਣੀ ਮਰਜ਼ੀ ਨਾਲ ਨਚਾਉਂਦਾ ਹੈ। ਕਠਪੁਤਲੀ ਦਾ ਕੀ ਹੈ ਜੀ, ਉਹ ਆਪਣੀ ਮਰਜ਼ੀ ਨਾਲ ਨੱਚ ਸਕੇਗੀ? ਗੁਰੂ ਗ੍ਰੰਥ ਸਾਹਿਬ ਨੇ ਸਾਡੀ ਸੁਰਤ ਚੁੱਕਦਿਆਂ ਕਿਹਾ, ਪ੍ਰਭੂ ਇਹ ਚੰਗੇ ਮੰਦੇ ਜੋ ਵੀ ਪੈਦਾ ਕੀਤੇ ਨੇ, ਇਹ ਤੇਰੀਆਂ ਕਠਪੁਤਲੀਆਂ ਨੇ, ਤੇਰੇ ਹੁਕਮ ਦੀਆਂ ਰੱਸੀਆਂ ਤੰਦਾਂ ਨਾਲ ਚੱਲਦੀਆਂ ਪਈਆਂ ਨੇ। ਕਿਸੇ ਦੇ ਵਸ ਵਿੱਚ ਕੀ, ਇਹਨਾਂ ਵਿਚਾਰਿਆਂ ਨੂੰ ਕੀ ਪਤਾ, ਕਿਸੇ ਕਠਪੁਤਲੀ ਨੂੰ ਤੂੰ ਬੰਦਗੀ ਵੱਲ ਲਾ ਦਿੱਤਾ, ਕਿਸੇ ਦੀ ਰੱਸੀ ਖਿੱਚੀ ਤੇ ਉਹ ਵਕਾਰਾਂ ਵਾਲੇ ਪਾਸੇ ਤੁਰ ਪਿਆ। ਜਿਵੇਂ ਅਸੀਂ ਬਾਣੀ 'ਚ ਬਚਨ ਵੀ ਪੜ੍ਹਨੇ ਖਾਂ, ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਣੇ ਜਾਣੇ। ਇਹ ਤਾਂ ਖਿਡਾਉਣ ਵਾਲੇ ਨੂੰ ਪਤਾ ਹੈ ਜਿਹੜਾ ਕਠਪੁਤਲੀਆਂ ਨੂੰ ਖਿਲਾ ਰਿਹਾ ਹੈ। ਕਿ ਪ੍ਰਭੂ ਇਹਨਾਂ ਜਨਤਾ ਕੈ ਵਸ ਕਿਛ ਨਹੀਂ, ਖਿਲਾਵਨ ਹਾਰੋ ਜਾਣੇ। ਜਿਵੇਂ ਤੂੰ ਖਿਡਾਉਣਾ ਚਾਹੁੰਦਾ ਉਸ ਤਰ੍ਹਾਂ ਖੇਡਦੇ ਨੇ। ਇਸੇ ਨੂੰ ਗੁਰੂ ਰਾਮਦਾਸ ਜੀ ਨੇ ਕਿਹਾ, ਕੀਤਾ ਕਰਨਾ ਸਰਬ ਰਜ਼ਾਈ, ਇਹਨਾਂ ਜਨਤਾ ਕੈ ਵਸ ਕਿਛ ਨਹੀਂ। ਕੀਤਾ ਕਰਨਾ, ਜੋ ਕੁਝ ਹੋਇਆ, ਜੋ ਕੁਝ ਹੋਵੇਗਾ, ਇਹ ਸਰਬ ਤੇਰੀ ਰਜਾ 'ਚ ਹੈ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਇਹਨਾਂ ਜਨਤਾ ਕੈ ਵਸ ਕਿਛ ਨਹੀਂ। ਆਪਣਾ ਕੀਤਾ ਕਿਛੂ ਨਾ ਹੋਵੇ, ਜਿਉ ਹਰ ਭਾਵੈ ਤਿਉ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰੇ ਵਸ। ਇਹਨਾਂ ਜਨਤਾ ਕੈ ਵਸ ਕਿਛ ਨਹੀਂ, ਇਹਨਾਂ ਦੇ ਹੱਥ ਵਿੱਚ ਪਰਮਾਤਮਾ ਪ੍ਰਭੀ ਪੂਰਨ ਕੁਛ ਵੀ ਨਹੀਂ। ਤੁਧ ਵੇਖੀ ਜਗਤ ਉਪਾਇਆ, ਤੂੰ ਵੱਖ ਵੱਖ ਢੰਗ ਦਾ ਸੰਸਾਰ ਬਣਾ ਦਿੱਤਾ ਹੈ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਛੂ ਨਾ ਹੋਵੇ, ਜਿਉ ਹਰ ਭਾਵੈ ਤਿਉ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰੇ ਵਸ। ਅਸਾਂ ਜ਼ੋਰ ਨਾਹੀ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਜਪਜੀ ਸਾਹਿਬ ਦਾ ਪਾਠ ਕਰਨੇ, ਇਹਦੇ ਵਿੱਚ ਸਤਿਗੁਰੂ ਕਹਿੰਦੇ ਨੇ ਤੇਰੇ ਹੱਥ 'ਚ ਜ਼ੋਰ ਹੈ। ਕਿਸੇ ਨੂੰ ਉੱਤਮ ਬਣਾਤਾ, ਕਿਸੇ ਨੂੰ ਨੀਚ ਬਣਾਤਾ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਇਹਨੂੰ ਸਾਹਿਬ ਨੇ ਅੰਮ੍ਰਿਤ ਬਾਣੀ 'ਚ ਇਹ ਬਖਸ਼ਿਸ਼ ਭਰੇ ਬੋਲ ਕਹੇ, ਮੇਰੇ ਹਰ ਜੀਓ ਸਭ ਕੋ ਦੇ ਰਹਿ ਵਸ, ਅਸਾਂ ਜ਼ੋਰ ਨਾਹੀ, ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤਿਵੇਂ ਬਖਸ਼। ਇਹ ਸਾਡੇ ਹੱਥ 'ਚ ਕੁਝ ਨਹੀਂ। ਇੱਥੇ ਮਹਾਰਾਜ ਜੀ ਨੇ ਬਚਨ ਕੀਤਾ ਕਿ ਇਹਨਾਂ ਵਿਚਾਰਿਆਂ ਦੇ ਹੱਥ 'ਚ ਕੀ ਹੈ। ਤੇਰੇ ਨਚਾਏ ਨੱਚਦੇ ਨੇ, ਤੇਰੇ ਖਿਡਾਏ ਖੇਡਦੇ ਨੇ, ਇਹਨਾਂ ਜਨਤਾ ਕੈ ਵਸ ਕਿਛ ਨਾਹੀ, ਤੁਧ ਵੇਖੀ ਜਗਤ ਉਪਾਇਆ। ਇੱਥੇ ਬੇਨਤੀ ਕਰਾਂਗਾ, ਵੇਖੀ ਦਾ ਅਰਥ ਵੱਖ ਵੱਖ ਤਰੀਕਿਆਂ ਨਾਲ, ਪਤਾ ਨਹੀਂ ਕਿ ਜੀ ਜਾਤ ਰੰਗਾਂ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ। ਕਈ ਰੰਗਾਂ ਦੇ ਰੰਗੀ ਰੰਗੀ ਭਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਕਈ ਰੰਗਾਂ ਦੇ। ਹੁਣ ਅੱਗੇ ਮਹਾਰਾਜ ਕਹਿੰਦੇ ਜਗਤ ਤੂੰ ਵੱਖ ਵੱਖ ਰੰਗਾਂ ਦਾ ਉਪਾ ਦਿੱਤਾ। ਇੱਕ ਨਾ ਨੌ, ਇੱਥੇ ਨੰਨੇ ਉੱਤੇ ਹੋੜਾ ਹੈ। ਸਮਗਰ ਬਾਣੀ 'ਚ, ਪੂਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਨੰਨਾ, ਟਿੱਪੀ ਤੇ ਦੁਲੈਂਕੜ ਕਿਤੇ ਵੀ ਨਹੀਂ ਆਇਆ। ਕਈ ਵਾਰੀ ਇਹਦਾ ਪਾਠ ਕਰਦੇ ਨੇ, ਇੱਕ ਨਾ ਨੂੰ ਕਿਤੇ ਪਾਠ ਆਈ ਨਹੀਂ ਪੂਰੇ ਗੁਰੂ ਗ੍ਰੰਥ ਸਾਹਿਬ 'ਚ। ਪੂਰੀ ਸਮਗਰ ਬਾਣੀ 'ਚ ਜਦੋਂ ਅਸੀਂ ਦੇਖਦੇ ਹਾਂ, ਨੰਨੇ ਉੱਤੇ ਖੋੜਾ ਹੈ, ਇਹਨੂੰ ਨੂੰ ਨਹੀਂ ਪੜ੍ਹਨਾ, ਔਂਕੜ ਨਹੀਂ ਬਣਾਉਣਾ, ਦੁਲੈਂਕੜ ਨਹੀਂ ਬਣਾਉਣਾ, ਇਹਨੂੰ ਖੋੜੇ ਦੇ ਰੂਪ ਵਿੱਚ ਹੀ ਬੋਲਣਾ ਹੈ। ਇੱਕ ਨਾ ਨੌ, ਤੂੰ ਲਫ਼ਜ਼ ਬਾਣੀ 'ਚ ਬੜੀ ਵਾਰੀ ਆਇਆ, ਪਰ ਨੂੰ ਨਹੀਂ ਆਇਆ ਗੁਰੂ ਗ੍ਰੰਥ ਸਾਹਿਬ 'ਚ। ਇੱਕ ਨਾ ਨੌ, ਤੂੰ ਮੇਲ ਲਹਿ, ਹੇ ਪ੍ਰਭੂ। ਇੱਕ ਨਾ ਦਾ ਅਰਥ ਹੈ ਕਈਆਂ ਨੂੰ, ਅਰਥ ਦੇ ਇਹੀ ਕਰਾਂਗੇ, ਇੱਕ ਨਾ ਨੂੰ ਦਾ ਅਰਥ ਕਈਆਂ ਨੂੰ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਕਈ ਐਸੇ ਨੇ ਜਿਨ੍ਹਾਂ ਨੂੰ ਤੂੰ ਆਪਣੀ ਨਦਰੇ ਕਰਮ ਕਰਨਾ, ਮੇਲ ਲਹੇ,
ਤੂੰ ਆਪ ਮੇਲਣਾ, ਆਪ ਜੋੜਨਾ, ਇਕਨਾਂ ਨੂੰ ਤੂੰ ਮੇਲ ਲਹੈਂ, ਇੱਕ ਆਪੋਂ। ਇੱਥੇ ਦੇਖੋ ਲਫ਼ਜ਼ ਆਪੋਂ ਵਰਤਿਆ ਹੈ। ਮੈਂ ਤਾਂ ਅਰਜ਼ ਕਰਨ ਲੱਗਾ ਇਹ ਉਹਦੀ ਖੇਡ ਹੈ ਜੀ। ਬੰਦਾ ਅਸੀਂ ਕਲਪਦੇ ਜ਼ਰੂਰ ਆ, ਮਾੜਾ ਆ ਭੈੜਾ। ਜੇ ਤੁਸੀਂ ਬਾਣੀ ਨੂੰ ਧਿਆਨ ਨਾਲ ਪੜ੍ਹੋ, ਸਤਿਗੁਰੂ ਸੁਰਤ ਚੁੱਕ ਕੇ ਕਹਿੰਦੇ ਆ, ਇਹਨਾਂ ਵਿਚਾਰਿਆਂ ਦੇ ਕੀ ਹੱਥ ਬਈ, ਇਹਨਾਂ ਜਨਤਾ ਕਹਿ ਵਸ ਕਿਛ ਨ ਕੀ, ਤੁਧ ਵੇਖੀ ਜਗਤ ਪਾਇਆ, ਇੱਕ ਨਾ ਨੌ ਤੂੰ ਮੇਲ ਲਹੈਂ। ਇੱਕ ਇੱਥੇ ਈੜੀ ਸਿਹਾਰੀ ਕੱਕੇ ਸਿਹਾਰੀ ਇੱਕ ਹੈ, ਪਰ ਇਸ ਇੱਕ ਦਾ ਅਰਥ ਕਈ, ਕਈਆਂ ਨੂੰ। ਆਪੋਂ ਦਾ ਅਰਥ ਤੂੰ ਆਪਣੇ ਆਪ। ਇਕਨਾਂ ਨੂੰ ਤੂੰ ਮੇਲ ਲਹੈਂ, ਇੱਕ ਆਪੋਂ ਤੁਧ ਖਵਾਇਆ। ਖਵਾਇਆ ਦਾ ਅਰਥ ਖੁਆਰ ਕੀਤਾ। ਇਕਨਾਂ ਨੂੰ ਤੂੰ ਮੇਲ ਲਿਆ ਤੇ ਇੱਕ ਤੇਰੇ ਹੁਕਮ ਦੇ ਵਿੱਚ ਹੀ ਵਿਚਾਰੇ ਖੁਆਰ ਹੋ ਗਏ। ਇਕਨਾਂ ਨੂੰ ਕੁਰਾਹੇ ਪਾ ਦਿੱਤਾ, ਇਕਨਾਂ ਨੂੰ ਸਮੱਤ ਦੇ ਕੇ ਰਾਹ ਪਾ ਦਿੱਤਾ। ਜਿਵੇਂ ਅਸੀਂ ਜਪਜੀ ਸਾਹਿਬ ਦੀ ਇਸ ਪਵਿੱਤਰ ਪੌੜੀ 'ਚ ਪੜ੍ਹਦੇ ਹਾਂ ਕਿ ਹੁਕਮੀ ਖੋਵਣ ਆਕਾਰ, ਇਹ ਤੇਰੀ ਖੇਡ ਹੈ। ਤੇਰੇ ਹੁਕਮ 'ਚ ਹਰ ਸਟਰਕਚਰ ਢਾਂਚਾ ਬਣੇ, ਜੜ ਹੈ, ਚੇਤਨ ਹੈ, ਦ੍ਰਿਸ਼ਟ ਅਦ੍ਰਿਸ਼ਟ। ਮਹਾਰਾਜ ਬੋਲ ਕਰਦੇ ਨੇ ਕਿ ਹੁਕਮੀ ਖੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਨ ਜੀ। ਧਿਆਨ ਰੱਖਿਆ ਜੇ, ਮੈਂ ਇਸ ਬੇਨਤੀ ਕਰ ਰਿਹਾ ਕਿ ਇਹਨਾਂ ਜਨਤਾ ਦੇ ਹੱਥ 'ਚ ਕੁਝ ਨਹੀਂ। ਆਪਣੀ ਸੁਰਤ ਨੂੰ ਫਿਰ ਸਾਈਂ ਦੇ ਚਰਨਾਂ 'ਚ ਲੈ ਜਾਈਏ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਹੁਕਮੀ ਖੋਵਣ ਆਕਾਰ, ਹਰ ਢਾਂਚਾ ਤੇਰੇ ਹੁਕਮ 'ਚ ਬਣਿਆ। ਹੁਕਮ ਨਾ ਕਹਿਆ ਜਾਈ, ਇਹ ਤੇਰੇ ਹੁਕਮ 'ਚ ਸਾਰੀ ਖੇਡ ਬਣੀ ਹੈ। ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਨ ਜੀ, ਤੇਰੇ ਹੁਕਮ ਜੀ ਪੈਦਾ ਹੋਏ। ਹੁਕਮ ਮਿਲੇ ਵਡਿਆਈ, ਤੇਰੇ ਹੁਕਮ ਦੇ ਵਿੱਚ ਹੀ ਪਿਆਰਿਆ ਕਿਸੇ ਨੇ ਤੂੰ ਮੇਲ ਲੈਣਾ, ਕਿਸੇ ਨੂੰ ਖਵਾ ਦੇਣਾ, ਖੁਆਰ ਕਰ ਦੇਣਾ। ਹੁਕਮੀ ਖੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਉੱਤਮ ਤੇ ਨੀਚ ਦੋਨੋਂ ਲਫ਼ਜ਼ ਨੇ। ਇੱਥੇ ਮੈਂ ਥੋੜ੍ਹਾ ਜਿਹਾ ਰੋਕ ਕੇ ਨਾ 2 ਪੌੜੀਆਂ ਆਪ ਜੀ ਨੂੰ ਹੋਰ ਸੁਣਾਉਣੀਆਂ ਚਾਹੁੰਦਾ। ਜਪਜੀ ਸਾਹਿਬ, ਚਲੋ ਅੱਜ ਕਾਫੀ ਪ੍ਰਮਾਣ ਅਸੀਂ ਇਸ ਪੌੜੀ ਦੇ ਅਰਥ ਕਰਦੇ ਹਾਂ, ਜਪਜੀ ਸਾਹਿਬ 'ਚੋਂ ਲੈ ਲੈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਆਂ ਹੈ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਆਂ ਹੈ। ਹੁਣ ਇਹਨਾਂ ਦੇ ਇੱਕ ਤੇਰੇ ਹੁਕਮ 'ਚ ਕੋਈ ਉੱਤਮ, ਤੇਰੇ ਹੁਕਮ 'ਚ ਕੋਈ ਨੀਚ, ਤੇਰੇ ਹੁਕਮ 'ਚ ਕੋਈ ਭਵਾਈਆਂ ਤੇ ਤੇਰੇ ਹੁਕਮ 'ਚ ਕਿਸੇ ਤੇ ਬਖਸ਼ੀਸ਼। ਕਈ ਭਟਕਦੇ ਪਏ ਨੇ ਤੇਰੇ ਹੁਕਮ 'ਚ, ਕਈ ਭਟਕਦੇ ਕੋਈ ਟਿਕ ਗਏ ਨੇ ਤੇਰੇ ਹੁਕਮ 'ਚ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਆਂ, ਇਹ ਭਟਕਦੇ ਵੀ ਤੇਰੇ ਹੁਕਮ 'ਚ। ਆਓ ਥੋੜ੍ਹੀ ਜਪਜੀ ਸਾਹਿਬ ਦੀਆਂ 2 ਪੌੜੀਆਂ ਅਸੀਂ ਹੋਰ ਪੜ੍ਹ ਲਈਏ। ਮੇਰਾ ਖਿਆਲ ਸਾਡੇ ਅੰਦਰ ਦਾ ਸ਼ੰਕਾ ਇਹ 'ਚ ਨਿਵਰਤ ਹੋਣਾ ਚਾਹੀਦਾ ਹੈ, ਕਿਉਂਕਿ ਇਸ ਬਾਣੀ ਨੂੰ ਧਿਆਨ ਨਾਲ ਪੜ੍ਹੋ। ਗੁਰਬਾਣੀ ਕਿਤੇ ਵੀ ਦਵੈਤ ਨਹੀਂ ਪੈਦਾ ਕਰਦੀ। ਗੁਰਬਾਣੀ ਦਵੈਤ ਨੂੰ ਵੀ ਅਦਵੈਤ ਦਾ ਰੂਪ ਦੇ ਦਿੰਦੀ, ਇੱਕ ਸੂਤਰਤਾ 'ਚ ਲੈ ਜਾਂਦੀ। ਜਿਵੇਂ ਅਸੀਂ ਪਾਠ ਕਰਨੇ ਆ ਜਪਜੀ ਸਾਹਿਬ ਦਾ 10 ਪੌੜੀ, ਉਹਨਾਂ ਬਾਰੇ ਬਾਬਾ ਜੀ ਨੇ ਦਰਜ ਕੀਤੀ ਪੜ੍ਹੇਗਾ, ਜਿਹਦੇ ਵਿੱਚ ਸੱਚੀ ਗੱਲ ਉੱਤਮ ਦਾ ਜ਼ਿਕਰ ਕੀਤਾ ਗਿਆ, ਉੱਚਿਆਂ ਦਾ ਜ਼ਿਕਰ ਕੀਤਾ ਗਿਆ, ਕਮਾਈ ਵਾਲਿਆਂ ਦਾ ਜ਼ਿਕਰ ਕੀਤਾ ਗਿਆ, ਧਰਮ ਕਮਾਉਣ ਵਾਲਿਆਂ ਦਾ ਜ਼ਿਕਰ ਕੀਤਾ। ਉਸ ਪੌੜੀ ਦੇ ਅੰਤ ਵਿੱਚ ਵੀ ਕਿਹਾ, ਪ੍ਰਭੂ ਇਹ ਤੇਰੇ ਪੈਦਾ ਕੀਤੇ ਨੇ। ਜਿਵੇਂ ਅਸੀਂ ਪਾਠ ਕਰਨੇ ਹਾਂ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਪਾਕਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੁਣ ਇਸ ਪੌੜੀ ਦਾ ਪਾਠ ਅਸੀਂ ਕੀਤਾ। ਇਸ ਅੰਮ੍ਰਿਤ ਪੌੜੀ 'ਚ ਗੁਰੂ ਨਾਨਕ ਸਾਹਿਬ ਨੇ ਜਿਹੜੀ ਲਿਸਟ ਦਿੱਤੀ, ਜਿਹੜੀ ਸੂਚੀ ਦਿੱਤੀ ਸਾਨੂੰ, ਇਸ ਵਿੱਚ ਤਾਂ ਧਰਮੀਆਂ ਦਾ ਜ਼ਿਕਰ ਹੈ, ਅਸੰਖਾਂ ਤਰ੍ਹਾਂ ਦਾ ਜਪ ਹੈ। ਇੱਕ ਜਪ ਨਹੀਂ, ਪਤਾ ਨਹੀਂ ਕਿੰਨੇ ਤਰ੍ਹਾਂ ਦਾ ਜਪ ਹੈ। ਅਸੰਖਾਂ ਤਰ੍ਹਾਂ ਦਾ ਤਪ ਲੋਕ ਕਰਦੇ ਪਏ ਨੇ, ਅਸੰਖਾਂ ਗ੍ਰੰਥ ਨੇ, ਅਸੰਖਾਂ ਪੜ੍ਹਨ ਵਾਲੇ ਨੇ, ਅਸੰਖਾਂ ਸੂਰਮੇ ਨੇ, ਅਸੰਖਾਂ ਦਾਤੇ ਨੇ, ਅਸੰਖਾਂ ਜਿਹੜੇ ਨੇ ਉਹ ਮੋਨੀ ਨੇ,
पर सतगुरु सारे धर्मां दी पद्धति दा कर्मां दा जिक्र करदियां अखीर ते कहंदे ने मालक मेरे च कोई शक्ति कुदरत कवन कहा विचार वारिया ना जावा एक वार जो तुद भावै साई भली कार तू सदा सलामत निरंकार पार ब्रह्म परमेश्वर जी मेरे च कोई शक्ति नहीं जो तेनू भाउंदा पिਆ ये तेरी भली कारक है तेरी चंगी कारक है। हुण आपां कहांगे वाकई भी कोई जप करदा चंगा काम कर रहा तप कर रहा परमात्मा दी कारक है। पर अगली पौड़ी पढ़ो प्यारिओ देखो सुरत गुरु नानक साहब कैसी चुकदे ने। अगली पौड़ी च गुरुदेव ने फरमाया असंख मूर्ख अंध घोर असंख चोर हराम खोर असंख अमर कर जाहें जोर असंख गलवड़ हत्या कमाहें असंख पापी पाप कर जाहें असंख कूड़ियार कूड़े फिराहें असंख मलेश मल भख खाहें असंख निंदक सिर करें भार नानक नीच कहे विचार। मेरी बेनती है देखो हुण हुक्म उत्तम नीच की है। जिन्हां ने सचमुच जप किया तप किया उन्हां दा जिक्र बाबा जी ने किया तो असीं कहांगे भली कार है कोई सेवा करदा सिमरन करदा। हुण इहदे विच मूर्खां दा चोरां दा हत्यारियां दा पराया माल खोण वालियां दा सब दा जिक्र किया निंदकां दा जिक्र किया। असंख निंदक सिर करें पार नानक नीच कहे विचार वारिया ना जावा एक वार जो तुद भावै साई भली कार। मेरे मालक जी इन्हां दंतां कै वस किच नहीं तुद वेखी जगत उपाया एक ना नू तू मेल लै भली कार एक आपों तुद खवाया। हे मेरे मालक जो तुद भावै साई भली कार तू सदा सलामत निरंकार। मैं फिर बेनती करांगा बिख अमृत करतार उपाए संसार बिरख को दोए फल लाए। ये ओदी रचना है जी प्यारिओ। जहर भी ते अमृत भी ओदा पैदा किया है। इनू थोड़ा जिहा होर जे देख लईए बिरख है हेठ सब जंत इकट्ठे एक तत्ते एक बोलन मिठे तेरी बनाए ने। कबीर साहब देखो बाणी वार वार सानू ये कहेगी जे माड़े भी नहीं तो बंदगी करने वाला कहेगा तेरी परेरे ने ना। वो तेरे परेरे इस करके उलांबा नहीं देंदा वो तेरे परेरे कह के भी सुरत ओहदे नाल जोड़ लैंदा है कि चंगियां मंदियां नू सांभण वाला तू आप है। इसे करके कबीर साहब दा ये बोल कि अव्वल अल्लाह नूर उपाया कुदरत के सब बंदे एक नूर ते सब जग उपजया कौन भले को मंदे कौन भले को मंदे। ये एक नूर दे बनाए हुए ने। इसे नू बाबा जी ने बाणी विच ये शब्द वरते ने कहन लगे खम नहीं चंगे बुरा नहीं कोए परनवत नानक तारे सोए। फिर बेनती है इकना नू तू मेल लह इकना नू तू अपने नाल जोड़ लिया मेल लिया एक आपों तुद खवाया। एक तेरे धक्के हुए विचारे मरदे ने जमदे ने पै रहिंदे ने। अखीर ते देखो जड़ियां दो तुकां पौड़ी जियां ने इहदे विच गुर किरपा ते जानिया जिथै तुद आप बुझाया। देखो सारी दी सारी पौड़ी प्रभु दी रचना प्रभु दी समर्पण। पहला सी एक आपों तुद खवाया हुण अगा अगली तो के गुर किरपा ते जानिया जिथै तुद आप बुझाया। आपों तुद खवाया ते नाल शब्द वरतिया तुद आप बुझाया। गुर किरपा ते जानिया जिन्हां उपर गुरु दी किरपा हो जाए ओदी बख्शिश हो जाए ओदी मेहर हो जाए। गुरु किरपा सतगुरु जी कहंदे ने गुर किरपा ते जानिया जिथै तुद आप बुझाया। जिथे किसे नू तू अपना आप जनाया वो गुरु दी किरपा नाल जनाया है। मैं फिर बेनती कर दियां मान लो कई बार असी जिवें असी पहलां पढ़िया धुर कर्म जिन्हां को तुद पाया तां तिन्नी खसम ते आया। हुण इत्थे जदों उत्थे किरपा ना वरती होवे उंज तां वैसे गुरु भी उहदी किरपा तो बिना नहीं मिलता। तां ही असी बचन पढ़ने हैं ना कि हजूर दा जैसा सतगुर सुनीदा तैसो ही मैं डीठ विछड़िया मेले प्रभु हर दर कै का बसीठ हर नामो मंत्र दृढ़ाएंदा कट्टै खौमै रोग। अगली तो के नानक सतगुर तिना मिलाया जिन्हां धुरे पया संजोग।
ਜਾਂ ਅਸੀਂ ਪਾਠ ਕਰਨੇ ਆ, ਸੰਤ ਸਭਾ ਓਟ ਗੁਰ ਪੂਰੇ ਧੁਰ ਮਸਤਕ ਲੇਖ ਲਿਖਾਏ। ਜਾਂ ਅਸੀਂ ਆਸਾ ਕੀ ਵਾਰ 'ਚ ਪੜ੍ਹਿਆ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਜਦੋਂ ਗੁਰੂ ਕਿਰਪਾ ਕਰਦਾ ਹੈ, ਮੈਂ ਬੇਨਤੀ ਕਰਾਂਗਾ ਪਿਆਰਿਓ, ਗੁਰੂ ਕਿਰਪਾ ਵਿੱਚ ਬਹੁਤ ਕੁਝ ਹੈ। ਇੱਥੋਂ ਤੱਕ ਚਲੋ ਇੱਕ ਪ੍ਰਮਾਣ ਦਾਸ ਬਾਣੀ 'ਚੋਂ ਦੇ ਦਿੰਦਾ। ਗੁਰੂ ਅੰਗਦ ਸਾਹਿਬ ਦਾ ਬੋਲ ਹੈ, ਇੱਕ ਇਨਸਾਨ, ਉਦਾਹਰਨ ਦਿੱਤੀ ਮਹਾਰਾਜ ਜੀ ਨੇ, ਇੰਨੇ ਮਾੜੇ ਕਰਮ ਕਰਦਾ, ਇੰਨਾ ਖੋਟਾ ਹੈ, ਉਹਨੂੰ ਪਰਿਵਾਰ ਵੀ ਪਸੰਦ ਨਹੀਂ ਕਰਦਾ, ਇੰਨੇ ਭੈੜੇ ਕਰਮ ਕਰਦਾ ਹੈ। ਮੈਂ ਤਾਂ ਬੇਨਤੀ ਕੀਤੀ, ਗੁਰ ਕਿਰਪਾ 'ਚ ਬੜੀ ਵੱਡੀ ਬਖਸ਼ਿਸ਼ ਐਵੇਂ ਕਹਿ ਕੇ ਅੱਗੇ ਤੁਰ ਪੈਣ। ਉਹਨੂੰ ਸੰਸਾਰ ਵੀ ਪਸੰਦ ਨਹੀਂ ਕਰਦਾ, ਇੰਨਾ ਭੈੜਾ ਮੰਦ ਕਰਮੀ, ਉਹਨੂੰ ਨਿਰੰਕਾਰ ਦੇ ਘਰ 'ਚ ਢੋਈ ਨੇ। ਪਰ ਉਹਦੀ ਜ਼ਿੰਦਗੀ 'ਚ ਇੱਕ ਅਹਿਸਾਸ ਪੈਦਾ ਹੋ ਗਿਆ ਕਿ ਮੈਂ ਵਾਕਈ ਮਾੜੇ ਕਰਮ ਕੀਤੇ, ਤੇ ਜਿਉਂਦੇ ਜੀ ਇਹ ਪਛਤਾਤਾਪ ਪੈਦਾ ਹੋ ਗਿਆ ਵੀ ਮੇਰਾ ਪਾਰ ਉਤਾਰਾ ਕਿਵੇਂ ਹੋਵੇ। ਸਤਿਗੁਰੂ ਨੇ ਕਮਾਲ ਕਰ ਦਿੱਤੀ, ਗੁਰੂ ਦੀ ਕਿਰਪਾ, ਗੁਰੂ ਦੀ ਵਡਿਆਈ ਬਾਰੇ। ਮਹਾਰਾਜ ਕਹਿੰਦੇ ਨੇ ਕਿ ਜਿਸ ਇਨਸਾਨ ਨੇ ਜ਼ਿੰਦਗੀ 'ਚ ਇੰਨਾ ਖੋਟਾਪਨ ਕੀਤਾ, ਰੱਬ ਨੇ ਵੀ ਆਪਣੀ ਦਰਗਾਹ 'ਚੋਂ ਬਾਹਰ ਛੱਡ ਦਿੱਤਾ। ਜੇ ਇਹੋ ਜਿਹਾ ਖੋਟਾ ਵੀ ਗੁਰੂ ਕਿਰਪਾ ਵਿੱਚ ਆ ਜਾਏ, ਗੁਰੂ ਬਖਸ਼ਿਸ਼ ਵਿੱਚ ਆ ਜਾਏ, ਗੁਰੂ ਫਜ਼ਲ ਵਿੱਚ ਆ ਜਾਏ, ਸੱਚ ਇਹ ਵੀ ਕਿ ਗੁਰੂ ਖੋਟਿਆਂ ਨੂੰ ਵੀ ਕਿਰਪਾ ਕਰਕੇ ਖਰੇ ਕਰਕੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਕਰਾ ਦਿੰਦਾ ਹੈ। ਜਿਵੇਂ ਅਸੀਂ ਪਾਠ ਕਰਨੇ ਆ ਕਿ ਆਪੇ ਕੁਦਰਤ ਸਾਜ ਕੈ ਗੁਰ ਕਿਰਪਾ ਤੇ ਜਾਣਿਆ, ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ, ਖਰੇ ਖਜ਼ਾਨੇ ਪਾਈਆਂ ਖੋਟੇ ਸਟੀਆਂ ਬਾਹਰ ਵਾਰ, ਖੋਟੇ ਸੱਚੀ ਦਰਗਹਿ ਸੁੱਟੀਆਂ ਕਿਸ ਆਗੈ ਕਰੈ ਪੁਕਾਰ। ਅੱਗੇ ਮਹਾਰਾਜ ਦੇ ਬੋਲ ਨੇ, ਗੁਰ ਕਿਰਪਾ ਕੀ ਹੈ, ਸਤਿਗੁਰ ਪਿੱਛੇ ਭੱਜ ਪਵੇਂ ਏਕਾ ਕਰਨੀ ਸਾਰ। ਤੇ ਸਾਹਿਬ ਕਹਿੰਦੇ ਨੇ, ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨਹਾਰ। ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ ਬੁਝਾਇਆ। ਜਦੋਂ ਉਹਦੀ ਕਿਰਪਾ ਹੋਵੇ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਾਦੀ ਆਖ ਵਿਖਾਣੇ। ਜੇ ਤੇਰੀ ਕਿਰਪਾ ਹੋ ਜਾਏ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਇਓ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੈ, ਪਾਹਣ ਮਨ ਕਰੈ ਗਿਆਨ ਗੁਰ ਕਹਿਓ ਵਿਚਾਰੈ। ਉਹਦੀ ਕਿਰਪਾ ਵਰਦੀ ਪਿਆਰਿਓ ਕੱਚ ਤੋਂ ਸੋਨਾ ਬਣਾ ਦਿੰਦੀ ਏ, ਝੂਠੇ ਦਾ ਸੱਚਾ ਬਣਾ ਦੇਗੀ। ਝੂਠੇ ਦਾ ਸੱਚਾ ਅਰਥ ਇਹ ਨਹੀਂ ਕਿ ਝੂਠੇ ਦਾ ਪੱਖ, ਜਿੱਥੇ ਕੂੜ ਹੈ ਉੱਥੇ ਸੱਚਾਈ ਪੈਦਾ ਹੋ ਜਾਏਗੀ। ਜ਼ਹਿਰ ਨੂੰ ਅੰਮ੍ਰਿਤ ਬਣਾ ਦੇਗਾ, ਲੋਹੇ ਨੂੰ ਕੀਮਤੀ ਲਾਲ ਬਣਾ ਦਿੰਦਾ ਹੈ। ਜਦੋਂ ਗੁਰੂ ਦੀ ਕਿਰਪਾ ਵਰਤ ਜਾਏ, ਸੱਚ ਇਹ ਪੱਥਰ ਵੀ ਕੀਮਤੀ ਮੋਤੀ ਬਣ ਜਾਂਦੇ ਨੇ। ਮੈਨੂੰ ਯਾਦ ਹੈ, ਅਸੀਂ ਮੰਗੀਏ ਵੀ ਗੁਰੂ ਕਿਰਪਾ, ਕਿਰਪਾ ਤੋਂ ਬਿਨਾਂ ਕੁਛ ਵੀ ਪਾਰ ਉਤਾਰਾ ਨਹੀਂ। ਹਜ਼ੂਰ ਗੁਰੂ ਗੋਬਿੰਦ ਸਿੰਘ ਮਾਲਵੇ ਦੀ ਧਰਤੀ ਤੇ ਆਏ। ਚਲੋ ਤਵਾਰੀ ਕਹਿੰਦੀ ਹੈ ਕਿ ਸਿਪਾਹੀਆਂ ਨੇ ਤਲਬ ਮੰਗ ਲਈ। ਮਾਲਵੇ ਦੀ ਧਰਤੀ ਤੇ ਬਰਾੜਾਂ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ, ਪਰ ਉਂਝ ਮੈਂ ਬੇਨਤੀ ਕਰਾਂ, ਇਤਿਹਾਸ ਵੀ ਜ਼ਿਕਰ ਬਰਾੜਾਂ ਦਾ ਹੈ, ਪਰ ਜ਼ਫਰਨਾਮੇ 'ਚ ਗੁਰਦੇਵ ਬਰਾੜਾਂ ਦੀ ਵਫਾਦਾਰੀ ਦਾ ਬੜੇ ਕਮਾਲ ਦਾ ਜ਼ਿਕਰ ਕਰਦੇ ਨੇ। ਔਰੰਗਜ਼ੇਬ ਨੂੰ ਕਹਿੰਦੇ ਨੇ, ਤੂੰ ਆ ਇੱਥੇ ਮਾਲਵੇ ਦੀ ਬਰਾੜ ਕੌਮ, ਇਹ ਮੇਰੀ ਤਾਬਿਆ ਵਿੱਚ, ਮੇਰੇ ਹੁਕਮ 'ਚ। ਮੇਰਾ ਖਿਆਲ ਇਸ ਗੱਲ ਨੂੰ ਵੀ ਪੜਚੋਲ ਲੈਣਾ ਚਾਹੀਦਾ ਹੈ। ਜ਼ਫਰਨਾਮੇ 'ਚ ਗੁਰਦੇਵ ਨੇ ਕਿਤੇ ਨਹੀਂ ਕਿਹਾ ਬਰਾੜਾ ਕੁਛ ਮੰਗਦੇ। ਖੈਰ ਮੈਂ ਬੇਨਤੀ ਕਰਾਂ, ਜਦੋਂ ਤਲਬਾ ਦਿੱਤੀਆਂ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਦੀ ਝੋਲੀ ਭਰੀ। ਉਸ ਵਕਤ ਭਾਈ ਦਾਨ ਸਿੰਘ ਉਹ ਅੱਗੇ ਨਹੀਂ ਆਏ ਤਲਬ ਲੈਣ ਲਈ, ਜਾਂ ਇਉਂ ਕਹਿ ਲਾ ਤਨਖਾਹ ਲੈਣ ਲਈ, ਉਹਨਾਂ ਨੇ ਪਿੱਛੇ ਬੈਠੇ ਨੇ। ਹਜ਼ੂਰ ਆਵਾਜ਼ ਦੇ ਕੇ ਕਹਿੰਦੇ ਨੇ, ਭਾਈ ਦਾਨ ਸਿੰਘ ਆਓ, ਤੁਸੀਂ ਵੀ ਝੋਲੀ ਕਰੋ, ਢਾਲ ਭਰ ਕੇ ਤੁਹਾਡੀ ਝੋਲੀ 'ਚ ਪਾਂਗਾ। ਉਸ ਵਕਤ ਗੱਲ ਸੁਣਨ ਵਾਲੀ ਹੈ ਭਾਈ ਦਾਨ ਸਿੰਘ ਹੱਥ ਜੋੜ ਕੇ ਕਹਿੰਦੇ ਨੇ, ਬੈਰਾੜ ਭਾਈ ਦਾਨ ਸਿੰਘ, ਸਤਿਗੁਰੂ ਤੇਰਾ ਦਿੱਤਾ ਹੋਇਆ ਮੇਰੇ ਘਰ ਵਿੱਚ ਬਹੁਤ ਕੁਛ ਹੈ। ਤੁਸੀਂ ਧਨ ਦਿੱਤਾ, ਪੁੱਤਰ ਧੀਆਂ ਦਿੱਤੇ, ਹਰ ਸੁੱਖ ਦਿੱਤਾ। ਕਹਿੰਦੇ ਦਾਨ ਸਿੰਘ ਕੁਛ ਮੰਗ, ਕਹਿੰਦੇ ਨੇ ਬਸ ਇੱਕ ਕਿਰਪਾ ਕਰੋ ਮੇਰੇ ਤੇ, ਮੈਨੂੰ ਸਿੱਖੀ ਦੀ ਦਾਤ ਦਿਓ ਤੇ ਤਰਸ ਕਰਕੇ ਆਪਣੀ ਕਿਰਪਾ ਕਰਕੇ ਮੈਨੂੰ ਬਖਸ਼ ਕੇ ਆਪਣੇ ਚਰਨਾਂ ਨਾਲ ਜੋੜ ਲਓ। ਕਿਰਪਾ ਮੰਗੀ ਜੀ ਉਹਨਾਂ ਨੇ। ਕਵੀ ਸੰਤੋਖ ਸਿੰਘ ਨੇ ਇਹ ਸ਼ਬਦ ਲਿਖੇ ਨੇ, ਕਹਿਣ ਲੱਗੇ, ਸੁਣ ਕੇ ਦਾਨ ਸਿੰਘ ਕਰ ਜੋਰੇ,
दूत पूत धन सब किछ मोरे। अगला बचन की है, कहन लगे मुझ पर कृपा दृष्ट को करिए, आप मेरे ते बख्शिश करो। बख्श करीजै, अपना जानकर बख्श करीजै, कर कृपा मोह सिखी दीजै, अपना जानकर बख्श करीजै, किरपा करो मैनू अपना जान के बख्श लो। सच है जे हर माड़े कर्म का इलाज सिर्फ गुरु किरपा है। इकबाल ने एक बड़ी सोहनी गल कही सी, वो कहता खिरद के पास खबर के सिवा किछ और नहीं, तेरा इलाज नज़र के सिवा किछ और नहीं। वो विद्वान तेरे कोल खबरां ने, पर तेरी जिंदगी का पार उतारा गुरु किरपा नाल। गुर किरपा ते जानिया, जिथै तुद आप बुझाया, जिन्नू तू बुझा दिता, सहजे ही सच समाया। वो सहजे सोते सिद्ध ही सच्चे परमात्मा भी समा जाता है। इउं कह लो ਉਹਦੀ ਲੀਨਤਾ हो जाती है। ਇਹਨੂੰ गुरु तेग बहादुर साहब के बोलों च कह सकने खां कि गुर किरपा जे नर को कीनी, ते ये जुगत पछानी, नानक लीन भयो गोबिंद सिंह, सहजे की सच समाया, नानक लीन भयो गोबिंद सिंह, ज्यों पानी संग पानी। ਇਹਨੂੰ कह सकने आ लीनता नूं कि सच समाया सूरज किरण मिले, जल का जल हुआ राम, ज्योति जोत रली, संपूर्ण थिया राम। वाहिगुरु जी का खालसा, वाहिगुरु जी की